ਬਾਬੇ ਡਿਠੀ ਪ੍ਰਥਮੀ ਨਵੈ ਖੰਡ ਜਿਥੈ ਤਕ ਆਹੀ। ਬਾਬੇ ਡਿਠੀ ਪ੍ਰਥਮੀ ਨਵੈ ਖੰਡ ਜਿਥੈ ਤਕ ਆਹੀ। ਫਿਰ ਜਾਏ ਚੜ੍ਹਿਆ ਸੁਮੇਰ ਪਰ ਸਿੱਧ ਮੰਡਲੀ। ਦ੍ਰਿਸ਼ਟੀ ਆਈ 84 ਸਿੱਧ ਗੁਰ ਖਾਦ। ਮਨ ਅੰਦਰ ਗਣਤੀ ਵਰਤਾਈ। ਸਿੱਧ ਪੁੱਛਣ ਸੁਣ ਬਾਲਿਆ। ਕੌਣ ਸਕਤ ਤੂੰ ਹੈ ਇਥੈ ਲਿਆਈ। ਹਉ ਜਪਿਆ ਪਰਮੇਸ਼ਰੋ ਹਉ ਜਪਿਆ ਪਰਮੇਸ਼ਰੋ। ਭਾਉ ਭਗਤ ਸੰਗ ਤਾੜੀ ਲਾਈ। ਆਖਣ ਸਿੱਧ ਸੁਣ ਬਾਲਿਆ। ਆਪਣਾ ਨਾਉ ਤੁਮ ਦੇ ਬਤਾਈ। ਬਾਬਾ ਆਖੇ ਨਾਥ ਜੀ। ਬਾਬਾ ਆਖੇ ਨਾਥ ਜੀ। ਨਾਨਕ ਨਾਮ ਜਪੇ ਗਤ ਪਾਈ। ਨੀਚ ਕਹਾਏ ਊਚ ਘਰ ਆਈ। ਨੀਚ ਕਹਾਏ ਊਚ ਘਰ ਆਈ। ਚਬਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੁਭਾਈਮਾਨ ਗੁਰੂ ਪਿਆਰਿਓ, ਆਪ ਸਭ ਬੜ ਭਾਗੇ ਹੋ। ਸਤਿਗੁਰਾਂ ਦੀ ਬਖਸ਼ਿਸ਼, ਗੁਰਬਾਣੀ ਗੁਰ ਇਤਿਹਾਸ ਸਰਵਣ ਕਰਨ ਦਾ, ਕਥਾ ਵਿਚਾਰਾਂ ਸੁਣਨ ਦਾ, ਗੁਰੂ ਦੀ ਗੱਲ ਕਰਨ ਦਾ ਵਕਤ ਮਿਲਿਆ। ਗੁਰਫਤਿਹ ਦੀ ਸਾਂਝ ਪਾਈਏ। ਸਾਰਿਆਂ ਨੇ ਪ੍ਰੇਮ ਭਾਵਨਾ ਸਤਿਕਾਰ ਸਹਿਤ ਬੋਲਣਾ ਜੀ। ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਸਮੇਂ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਬਾਰੇ ਆਪਾਂ ਸੁਣ ਰਹੇ ਹਾਂ। ਗੱਲ ਸੁਣੀ ਸੀ, ਗੱਲ ਦੀ ਵਿਚਾਰ ਕੀਤੀ ਸੀ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਪਹਿਲੀ ਉਦਾਸੀ ਦਾ ਵਕਤ ਗੁਜ਼ਾਰ ਕੇ 1507 ਤੋਂ 1515 ਤੱਕ ਕਿੰਨੇ ਲੋਕਾਂ ਦਾ ਭਲਾ ਕਰਕੇ ਭੁੱਲੀ ਭਟਕੀ ਮਨੁੱਖਤਾ ਨੂੰ ਸਿੱਧੇ ਰਾਹੇ ਪਾ ਕੇ ਜੋਗੀਆਂ ਨਾਲ ਹਰਿਦੁਆਰ, ਜਗਨਨਾਥਪੁਰੀ, ਵੈਸ਼ਨੋ ਸਾਧ ਵਰਗਿਆਂ ਦਾ ਕਿੰਨੇ ਥਾਵਾਂ ਤੇ ਪੜਾਅ ਕਰਕੇ ਪਾਤਸ਼ਾਹ ਜੀ ਵਾਪਸ ਪਰਤੇ। ਕੁਝ ਘਰੇਲੂ ਕਾਰਜ ਨੇ। ਰਾਏ ਬੁਲਾਰ ਜੀ ਮਿਲਦੇ ਨੇ। ਰਾਏ ਬੁਲਾਰ ਦਾ ਅੰਤਲਾ ਸਮਾਂ ਪੂਰਾ ਹੋ ਜਾਣ ਤੇ ਉਹਨਾਂ ਦੀ ਕਿਰਿਆ ਕਰਮ ਵੀ ਆਪਣੇ ਹੱਥੀਂ ਕੀਤਾ। ਕਰਤਾਰਪੁਰ ਸਾਹਿਬ ਵਸਾਇਆ।
ਮੁੱਲ ਜ਼ਮੀਨ ਖਰੀਦ ਕੇ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਇਸ ਬਸੇ ਹੋਏ ਸ਼ਹਿਰ ਦੇ ਵਿੱਚ, ਬਸੇ ਹੋਏ ਇਸ ਨਗਰ ਦੇ ਵਿੱਚ ਅਨੇਕਾਂ ਥਾਵਾਂ ਤੋਂ ਲੋਕ ਆ ਕੇ ਰਹਿਣ ਲੱਗੇ। ਇਹ ਵਿਚਾਰ ਆਪਾਂ ਸਾਰੀ ਪਿੱਛੇ ਸੁਣ ਚੁੱਕੇ ਹਾਂ। ਉਸ ਤੋਂ ਬਾਅਦ ਸਤਿਗੁਰੂ ਪਾਤਸ਼ਾਹ ਜੀ ਅਗਲੀ ਉਦਾਸੀ, ਜਿਹਨੂੰ ਆਪਾਂ ਦੂਜੀ ਉਦਾਸੀ, ਦੂਜਾ ਪ੍ਰਚਾਰਕ ਦੌਰਾ ਕਹਿੰਦੇ ਹਾਂ, ਉਹਦੇ ਵੱਲ ਚਾਲੇ ਪਾਉਂਦੇ ਨੇ। ਹੁਣ ਪਾਤਸ਼ਾਹ ਜੀ ਕਿਹੜੇ ਪਾਸੇ ਅਤੇ ਕਿਵੇਂ ਜਾਂਦੇ ਨੇ, ਆਓ ਵਿਚਾਰ ਸਰਵਣ ਕਰੀਏ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਦੂਸਰੀ ਉਦਾਸੀ ਆਰੰਭ ਕਰਨ ਦੇ ਲਈ ਚਾਲੇ ਪਾਏ, ਸਭ ਤੋਂ ਪਹਿਲਾਂ ਸਿਆਲਕੋਟ ਦੀ ਧਰਤੀ ਤੇ ਗਏ। ਹੁਣ ਜਿਹੜਾ ਸਿਆਲਕੋਟ ਆ, ਇਹ ਲਾਹੌਰ ਦੇ ਵਿੱਚ ਆ, ਪਾਕਿਸਤਾਨ ਦੇ ਵਿੱਚ। ਤੇ ਜਦੋਂ ਇੱਥੇ ਗੁਰੂ ਨਾਨਕ ਪਾਤਸ਼ਾਹ ਜੀ ਪਹੁੰਚਦੇ ਨੇ ਤਾਂ ਇੱਥੇ ਇੱਕ ਅਜੀਬ ਜੀ ਘਟਨਾ ਵੇਖੀ। ਤੇ ਅਜੀਬ ਘਟਨਾ ਕਿਹੜੀ ਆ? ਇੱਕ ਫਕੀਰ ਆ ਜਿਹੜਾ ਭੋਰੇ 'ਚ ਬੈਠਾ ਜਪ ਕਰ ਰਿਹਾ, ਤੇ ਉਹਦੇ ਬਾਰੇ ਗੁਰੂ ਪਾਤਸ਼ਾਹ ਨੂੰ ਪਤਾ ਲੱਗਿਆ ਵੀ ਕਿਉਂ ਕਰਦਾ, ਤੇ ਉੱਥੋਂ ਦੇ ਲੋਕਾਂ ਨੇ ਦੱਸਣਾ ਕੀਤਾ ਵੀ ਇਹਦਾ ਜਪ ਕਰਨ ਦਾ ਮਤਲਬ ਆ ਨਗਰ ਨੂੰ ਤਬਾਹ ਕਰਨਾ। ਦੇਖੋ ਕੈਸੀ ਅਜੀਬ ਘਟਨਾ। ਅੱਜ ਤੱਕ ਆਪਾਂ ਇਹ ਤਾਂ ਵੇਖਿਆ ਨਾ, ਮਨੁੱਖ ਜਪ ਕਰਦਾ, ਕੋਈ ਮੰਤਰ ਦਾ ਰਟਨ ਕਰਦਾ, ਕੋਈ ਪੁੰਨ ਕਰਦਾ, ਆਪਣੇ ਭਲੇ ਲਈ, ਲੋਕਾਂ ਦੇ ਭਲੇ ਲਈ। ਪਰ ਇਹ ਇੱਕ ਅਜੀਬ ਜੀ ਘਟਨਾ ਵੀ ਜਿੱਥੇ ਲੋਕਾਂ ਨੂੰ ਖਤਮ ਕਰਨ ਦੇ ਲਈ ਜਪ ਕੀਤਾ ਜਾ ਰਿਹਾ। ਕਿਉਂ ਕਰਦਾ? ਲੋਕਾਂ ਨੂੰ ਤਬਾਹ ਕਰਨ ਦੇ ਲਈ। ਹੁਣ ਗੁਰੂ ਸਾਹਿਬ ਨੇ ਪੁੱਛਿਆ ਲੋਕਾਈ ਨੂੰ, ਸਿਆਲਕੋਟ ਦੇ ਲੋਕਾਂ ਨੂੰ, ਵੀ ਇਹ ਤੁਹਾਡੇ ਤੇ ਨਾਰਾਜ਼ ਕਿਉਂ ਆ? ਇਹ ਪਿੰਡ ਤੇ ਨਾਰਾਜ਼ ਕਿਉਂ ਆ? ਨਗਰ ਤੇ ਨਾਰਾਜ਼ ਕਿਉਂ, ਦੁਖੀ ਕਿਉਂ ਆ? ਤੇ ਲੋਕਾਂ ਨੇ ਦੱਸਣਾ ਕੀਤਾ ਕਿ ਪਾਤਸ਼ਾਹ, ਦਰਅਸਲ ਕਹਾਣੀ ਇਹ ਆ ਵੀ ਇਸੇ ਨਗਰ ਦੇ ਵਿੱਚ ਇੱਕ ਪਰਿਵਾਰ ਆ ਜਿਹਦੇ ਘਰ ਵਿੱਚ ਕਿਸੇ ਬੱਚੇ ਬੱਚੀ ਨੇ ਜਨਮ ਨਹੀਂ ਲਿਆ, ਤੇ ਉਹ ਬੜੀਆਂ ਦੁੱਖਾਂ ਤਕਲੀਫਾਂ ਝੰਜਟਾਂ ਵਿੱਚੋਂ ਦੀ ਲੰਘਦੇ ਹੋਏ ਇਹ ਹਮਜ਼ਾ ਗੌਸ ਕੋਲੇ ਆ ਗਈ। ਇਸ ਫਕੀਰ ਦਾ ਨਾਮ ਆ ਹਮਜ਼ਾ ਗੌਸ। ਇਹਦੇ ਕੋਲੇ ਆ ਗਏ ਤੇ ਇਹਨੇ ਦਾਅਵਾ ਕੀਤਾ ਕਿ ਵੀ ਜਿਹੜਾ ਤੁਹਾਡੇ ਘਰ ਵਿੱਚ ਬੱਚਾ ਹੋਵੇਗਾ, ਹੋ ਜ਼ਰੂਰ ਜਾਊ। ਚਲੋ ਕਹਿ ਲਓ ਵੀ ਅਰਦਾਸ ਕੀਤੀ ਜਾਂ ਕਿੱਦਾਂ ਦੀ ਕੋਈ ਗੱਲਬਾਤ ਕੀਤੀ, ਪਰ ਉਹ ਬੱਚਾ ਤੁਸੀਂ ਮੈਨੂੰ ਦੇਣਾ ਹੋਊਗਾ ਤੇ ਮੇਰੇ ਡੇਰੇ ਵਿੱਚ ਚੜਾਉਣਾ ਹੋਊਗਾ। ਤੇ ਕਈ ਵਾਰ ਨਾ ਆਪਾਂ ਜਦੋਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨਾਲ ਇਦਾਂ ਡੇਰੇਬਾਦੀ ਲੋਕਾਂ ਦੀ ਵਿਚਾਰਧਾਰਾ ਮਿਲਾਉਣੇ ਆ ਤਾਂ ਉੱਥੇ ਕਾਫੀ ਫਰਕ ਵੱਡਾ ਨਜ਼ਰ ਆਉਂਦਾ ਵੀ ਦਰਅਸਲ ਬਾਬਾ ਨਾਨਕ ਤੂੰ ਸੱਚਮੁੱਚ ਹੀ ਵੱਡਾ, ਤੂੰ ਸੱਚਮੁੱਚ ਇੰਨਾ ਸਿਆਣਾ ਵੀ ਤੇਰੇ ਵਰਗਾ ਹੈ ਕੋਈ ਨਹੀਂ। ਜੇ ਦੁਨੀਆ ਦਾ ਧਿਆਨ ਪੈਸੇ ਤੇ ਆ ਨਾ, ਤਾਂ ਜਿਹੜੇ ਮਹਾਤਮਾ ਨੇ, ਧਰਮਾਤਮਾ ਨੇ, ਸਾਧੂ ਨੇ, ਸੰਤ ਨੇ, ਉਹਨਾਂ ਦਾ ਧਿਆਨ ਵੀ ਪੈਸੇ ਤੇ ਆ। ਜੇ ਦੁਨੀਆ ਦਾ ਧਿਆਨ ਔਲਾਦ ਤੇ ਆ, ਚਲੋ ਗ੍ਰਸਤੀ ਪਰਿਵਾਰ ਆ, ਹੋਣਾ ਚਾਹੀਦਾ। ਪਰਮਾਤਮਾ ਨੇ ਬੱਚਿਆਂ ਨੂੰ ਜਨਮ ਦਿੱਤਾ ਤੇ ਉਹਨਾਂ ਦੀ ਪਾਲਣ ਪੋਸ਼ਣ ਪਰਵਰਿਸ਼ ਕਰਨੀ ਸਾਡਾ ਧਰਮ ਆ। ਤੇ ਪਰ ਇੱਕ ਉਹ ਡੇਰੇਦਾਰ ਆ ਜਿਹੜਾ ਕਹਿੰਦਾ ਮੈਂ ਵਿਆਹ ਨਹੀਂ ਕਰਾਉਂਦਾ, ਧਿਆਨ ਉਹਦਾ ਵੀ ਦੂਜਿਆਂ ਦੇ ਬੱਚਿਆਂ ਤੇ ਵੀ ਇਹਦਾ ਬੱਚਾ ਮੇਰੇ ਡੇਰੇ 'ਚ ਆ ਜੇ। ਤੇ ਹੁਣ ਗੁਰੂ ਸਾਹਿਬ ਕਹਿੰਦਾ ਕੰਪੈਰੀਜ਼ਨ ਕਰਕੇ ਵੇਖੋ ਫਰਕ ਕਿੱਥੇ ਆ। ਫਰਕ ਤਾਂ ਕਿਤੇ ਹੈ ਹੀ ਨਹੀਂਗਾ। ਜੋ ਰੀਤ, ਜੋ ਸੁਭਾਅ ਗ੍ਰਸਤੀ ਪਰਿਵਾਰਾਂ ਦਾ, ਉਹੀ ਸੁਭਾਅ ਉਹਨਾਂ ਲੋਕਾਂ ਦਾ ਜਿਹੜੇ ਗ੍ਰਸਤ ਤੋਂ ਉੱਪਰ ਉੱਠ ਚੁੱਕੇ ਨੇਗੇ। ਇਸੇ ਕਰਕੇ ਪਾਤਸ਼ਾਹ ਨੇ ਸਾਨੂੰ ਸਮਝਾਇਆ। ਹੁਣ ਹਮਜ਼ਾ ਗੌਸ ਦੀ ਭਾਵਨਾ, ਜੋ ਬੱਚੇ ਦਾ ਜਨਮ ਹੋਵੇਗਾ ਮੈਨੂੰ ਦੇਣਾ ਹੋਵੇਗਾ। ਉਹਨਾਂ ਨੇ ਅਸਲ ਦੇ ਵਿੱਚ ਜਵਾਬ ਦਿੱਤਾ ਨਹੀਂ ਬੱਚਾ।
बड़े लंबे समय बाद बच्चे ने घर में जन्म पिया ते बच्चे दी मां दी ममता ने बच्चे नूं हमजा गौस दे डेरे विच आउण नहीं दिता, मना करता। ते उस चीज नूं वेंदियां होइयां इहने पूरे नगर नूं मारन दा टीचा बना लिया भी मैं सारे नगर नूं ही तबाह करनागा। गुरु नानक साहब हस पे, कहंदे दुनिया नूं मारन दी जिम्मेवारी तां रब दी आ, बंदे दी तां है ही नहीं। हाँ, बंदा बंदे नूं मारे ਉਹ ਇੱਕ ਬਹਾਨਾ ਬਣ ਜਾਂਦਾ। ਇੱਕ ਪਰਮਾਤਮਾ ਨੇ ਵਿਧ ਬਣਾਈ ਹੈ, ਐਕਸੀਡੈਂਟ ਹੋ ਗਿਆ, ਕੋਈ ਬਿਮਾਰੀ ਲੱਗ ਗਈ, ਕੋਈ ਕਿੱਦਾਂ ਦੀ ਕਿਸੇ ਵੀ ਤਰ੍ਹਾਂ ਦੀ ਘਟਨਾ ਵਾਪਰ ਗਈ, ਪਰ ਇਹ ਕੰਮ ਰੱਬ ਦਾ, ਇਹ ਬੰਦੇ ਦਾ ਕੰਮ ਨਹੀਂ ਹੈ ਵੀ ਕਿਸੇ ਨੂੰ ਮਾਰਨ ਦੀ ਜ਼ਿੰਮੇਵਾਰੀ ਬੰਦਾ ਚੁੱਕੇ ਵੀ ਇਹਨੂੰ ਮੈਂ ਮਾਰੂੰਗਾ, ਮੈਂ ਮੰਤਰ ਪੜ੍ਹ ਕੇ ਖਤਮ ਕਰੂੰਗਾ। ਇਹ ਤਾਂ ਮਾਲਕ ਦਾ ਕੰਮ ਆ। ਇਹ ਤਾਂ ਜੇ ਅਸੀਂ ਨਾ ਵੀ ਕਰਾਂਗੇ ਤਾਂ ਵੀ ਹੋ ਜੂ। ਮੰਨ ਲਓ ਅਸੀਂ ਕਿਸੇ ਬੰਦੇ ਨੂੰ ਬੰਦਾ ਨਾ ਵੀ ਮਾਰੇ ਨਾ, ਉਹ ਬੰਦੇ ਨੇ ਤਾਂ ਆਪੇ ਵੀ ਮਰ ਜਾਣਾ। ਕੁਦਰਤੀ ਨਿਯਮ ਆ, ਅੱਜ ਨਹੀਂ ਕੱਲ, ਕੱਲ ਨਹੀਂ ਪਰਸੋਂ, ਰਹਿਣਾ ਕਿਸੇ ਨੇ ਵੀ ਨਹੀਂ ਇੱਥੇ। ਬਾਬਾ ਨਾਨਕ ਉਹਨਾਂ ਲੋਕਾਂ ਦੀ ਗੱਲ ਸੁਣ ਕੇ ਮੁਸਕਰਾਇਆ, ਹੱਸਿਆ ਤੇ ਹਮਜਾ ਗੌਸ ਤੱਕ ਪਹੁੰਚ ਕੀਤੀ। ਲੋਕ ਨਹੀਂ ਜਾਂਦੇ ਉਹਦੇ ਕੋਲੇ। ਦੇਖੋ ਇੱਥੇ ਇੱਕ ਭੁਲੇਖਾ ਹੋਰ ਬਾਬੇ ਨੇ ਸਾਡਾ ਕੱਢਤਾ। ਕਈ ਵਾਰ ਨਾ ਅਸੀਂ ਆਮ ਹੀ ਨਿੱਕੇ ਮੋਟੇ ਸਾਧੂ ਸੰਤਾਂ ਤੋਂ ਡਰੀ ਜਾਂਦੇ ਰਹਿੰਦੇ ਆ ਵੀ ਕੋਈ ਬਾਬਾ ਬੋਲ ਨਾ ਕਰਦੇ। ਪੱਲੇ ਬੰਨ ਲਿਓ ਗੱਲ, ਕਿਸੇ ਕੋਲੇ ਤਾਕਤ ਨਹੀਂ ਹੈ ਕਿਸੇ ਨੂੰ ਕੋਈ ਬੋਲ ਕਰ ਦੇ, ਕੋਈ ਸਰਾਪ ਦੇ ਦੇ, ਕਿਸੇ ਕੋਲੇ ਤਾਕਤ ਨਹੀਂ। ਗਰੰਟੀ ਆ ਬਾਬੇ ਨਾਨਕ ਤੋਂ ਲਿਖਾ ਕੇ ਲੈ ਜਿਓ। ਹੁਣ ਲੋਕ ਜਾਂਦੇ ਨਹੀਂ ਹਮਜਾ ਗੌਸ ਕੋਲੇ ਵੀ ਸਰਾਪ ਨਾ ਦੇ ਦੇ। ਤੇ ਹੁਣ ਗੁਰੂ ਨਾਨਕ ਸਾਹਿਬ ਨੇ ਹਮਜਾ ਗੌਸ ਨੂੰ ਆਵਾਜ਼ ਮਾਰੀ, ਡਰਿਆ ਨਹੀਂ ਵੀ ਕੋਈ ਸਰਾਪ ਨਾ ਦੇ ਦੇ, ਕੋਈ ਪੁੱਠਾ ਨਾ ਬੋਲੇ ਨਾ। ਪਰ ਗੁਰੂ ਪਾਤਸ਼ਾਹ ਨੇ ਜਦੋਂ ਆਵਾਜ਼ ਮਾਰੀ, ਹਮਜਾ ਗੌਸ ਆ ਗਿਆ। ਭਾਈ ਤੂੰ ਜਾਪ ਕਰਦਾ, ਬਹੁਤ ਧੰਨਵਾਦ ਤੇਰਾ, ਬੜੇ ਭਲੇ ਦੇ ਕੰਮ ਕਰਦਾ। ਤੇ ਹਮਜਾ ਗੌਸ ਬੋਲ ਪਿਆ, ਕਹਿੰਦਾ ਭਲਾ ਕੋਈ ਨਹੀਂ, ਮੈਂ ਨਗਰ ਨੂੰ ਮਾਰਨਾ, ਮੈਂ ਤਾਂ ਜਾਪ ਕਰਦਾ। ਕਿਉਂ ਮਾਰਨਾ? ਇਹ ਮਾਰਨ ਦਾ ਕੰਮ ਰੱਬ ਦਾ ਗਾ, ਤੂੰ ਰੱਬ ਦੇ ਕੰਮ ਵਿੱਚ ਕਿਉਂ ਦਖਲ ਦਿੰਨਾ? ਇਹ ਅੱਜ ਨਹੀਂ ਮਰਨਗੇ, ਕੱਲ ਨੂੰ ਮਰ ਜਾਣਗੇ, ਮਰਨਾ ਤਾਂ ਸੱਚ ਆ। ਹਮਜਾ ਗੌਸ ਕਹਿੰਦਾ ਨਹੀਂ, ਭਾਵੇਂ ਸੱਚ ਆ ਪਰ ਮੈਂ ਇਹ ਕੰਮ ਕਰਨਾ, ਤੁਹਾਨੂੰ ਇਹਨਾਂ ਨੇ ਦੱਸ ਹੀ ਦਿੱਤਾ ਹੋਊਗਾ। ਤੇ ਹੁਣ ਗੁਰੂ ਸਾਹਿਬ ਕਹਿੰਦੇ ਕੋਈ ਗੱਲ ਨਹੀਂ, ਜਿਹੜੀ ਗੱਲ ਸੱਚ ਆ ਨਾ, ਸੱਚ ਨੂੰ ਸੱਚ ਭਲਿਆ, ਹੋਰ ਕੀ ਕਰੇਗਾ ਤੂੰ? ਮਾਰਨ ਦੀ ਗਰੰਟੀ ਲਈ ਬੈਠਾਂਗਾ, ਮਾਰਨ ਦਾ ਕੰਮ ਤਾਂ ਸਾਰੀ ਕਰ ਲੈਂਦੇ ਨੇ, ਪਰ ਭਲਾ ਕੰਮ ਤਾਂਗਾ ਮਾਰਨ ਦੀ ਬਜਾਏ ਜੇ ਕਿਸੇ ਨੂੰ ਤੂੰ ਸਿਆਣਪ ਦੇਵੇਂ। ਭਲਾ ਕੰਮ ਤਾਂਗਾ ਜੇ ਕਿਸੇ ਨੂੰ ਜ਼ਿੰਦਗੀ ਦੇਵੇਂ। ਮੰਨ ਲਓ ਆਪਾਂ ਕਹਿੰਦੇ ਨਹੀਂਗੇ ਖੂਨਦਾਨ ਬਹੁਤ ਵੱਡਾ ਪੁੰਨ ਆ, ਆਪਾਂ ਆਮ ਹੀ ਕਹਿ ਦਿੰਦੇ ਆ। ਮਤਲਬ ਕਿਸੇ ਮਰਦੇ ਨੂੰ ਆਪਣਾ ਤੰਦਰੁਸਤ ਬੰਦੇ ਦਾ ਖੂਨ ਮਿਲ ਜੇ ਤੇ ਉਹਦੀ ਜਾਨ ਬਚ ਜੇ ਤੇ ਕਿੱਡਾ ਭਲੇ ਦਾ ਕੰਮ ਹੈਗਾ ਵੀ ਯਾਰ ਇੱਕ ਬੰਦੇ ਨੇ ਖੂਨ ਦਿੱਤਾ ਤੇ ਉਹਦੀ ਜਾਨ ਬਚ ਗਈ। ਆਹ ਕੰਮ ਕਰ। ਬਾਬਾ ਨਾਨਕ ਕਹਿੰਦਾ ਕਿਸੇ ਮਰਦੇ ਦੀ ਜਾਨ ਬਚਾ, ਜੇ ਤੂੰ ਆਪਣੇ ਆਪ ਨੂੰ ਮਹਾਤਮਾ ਕਹਾਉਣਾਗਾ। ਇਹ ਮਾਰਨ ਦਾ ਕੰਮ ਕੋਈ ਵੱਡਾ ਨਹੀਂ, ਇਹ ਤਾਂ ਅੱਜ ਨਹੀਂ ਕੱਲ, ਕੱਲ ਨਹੀਂ ਪਰਸੋਂ, ਮਰ ਤਾਂ ਸਭ ਨੇ ਜਾਣਾ, ਨਾ ਤੈਂ ਰਹਿਣਾ ਤੇ ਨਾ ਮੈਂ ਰਹਿਣਾ, ਨਾ ਇਹ ਲੋਕਾਂ ਨੇ ਰਹਿਣਾ। ਕਿਉਂ ਤੂੰ ਪੁੱਠੇ ਕੰਮ 'ਚ ਪਿਆਂਗਾ? ਇਹ ਬਾਬੇ ਨਾਨਕ ਦਾ ਉਪਦੇਸ਼ ਹੈ। ਮੰਨ ਲਵੋ ਵੀ ਚਲੋ ਬਹੁਤੀਆਂ ਉਹਨੇ ਗੁਰੂ ਨਾਨਕ ਸਾਹਿਬ ਦੀਆਂ ਵਿਚਾਰਾਂ ਤੇ ਧਿਆਨ ਨਹੀਂ ਦਿੱਤਾ, ਪਰ ਗੁਰੂ ਸਾਹਿਬ ਨੇ ਇੱਕ ਉਹਦੇ ਬੈਠਿਆਂ ਤੋਂ ਹੀ ਨਾ, ਲੋਕਾਂ ਦੇ ਬੈਠਿਆਂ ਤੋਂ, ਲੋਕਾਂ ਦਾ ਇਕੱਠ ਵੀ ਹੋ ਗਿਆ, ਇੱਕ ਕੌਤਕ ਵਰਤਾਇਆ। ਉੱਚੀ ਆਵਾਜ਼ ਦੇ ਵਿੱਚ ਮਰਦਾਨੇ ਨੂੰ ਪਾਤਸ਼ਾਹ ਨੇ 2 ਟਕੇ ਦਿੱਤੇ ਤੇ ਕਹਿੰਦੇ ਇਉਂ ਕਰ ਮਰਦਾਨਿਆ, ਸਿਆਲਕੋਟ ਦੀ ਨਗਰੀ ਵਿੱਚੋਂ ਕਿਸੇ ਦੁਕਾਨ ਤੋਂ 1 ਟਕੇ ਦਾ ਸੱਚ ਲੈ ਕੇ ਆ ਤੇ 1 ਟਕੇ ਦਾ ਝੂਠ ਲੈ ਕੇ ਆ। ਇਹ ਤੁਸੀਂ ਕਹਾਣੀ ਬੜੇ ਵਾਰੀ ਸੁਣੀ ਆ, ਪਰ ਆਪਣੀ ਲੜੀ ਚ ਆਈ ਆ ਹੁਣ ਇਹ। 1 ਟਕੇ ਦਾ ਸੱਚ ਤੇ 1 ਦਾ ਝੂਠ। ਹੁਣ ਮਰਦਾਨਾ ਜਿਸ ਦੁਕਾਨ ਤੇ ਜਾਵੇ ਵੀ 1 ਟਕੇ ਦਾ ਸੱਚ ਦੇ ਦੇ ਤੇ 1 ਦਾ ਝੂਠ ਦੇਵੇ। ਦੁਕਾਨ ਵਾਲਾ ਹੱਸ ਪਏ। ਕਿਸੇ ਵੀ ਦੁਕਾਨ ਤੇ ਜਾਂਦੇ ਦੁਕਾਨ ਵਾਲਾ ਹੱਸ ਪੈਂਦਾ, ਲੈ ਸੱਚ ਤੇ ਝੂਠ ਵੀ ਮਿਲਦਾ ਹੁੰਦਾ। ਏਦਾਂ ਚੱਲਦਿਆਂ ਚੱਲਦਿਆਂ ਇੱਕ ਭਾਈ ਮੂਲਾ ਜੀ ਆ, ਇਸੇ ਨਗਰ ਦਾ ਵਾਸੀ, ਉਹਦੀ ਵੀ ਦੁਕਾਨ ਆ। ਤੇ ਜਦੋਂ ਗਿਆ ਤੇ ਕਹਿੰਦਾ ਭਾਈ 1 ਟਕੇ ਦਾ ਸੱਚ ਤੇ 1 ਟਕੇ ਦਾ ਝੂਠ ਦੇ ਦੇ।
ਹੁਣ ਮੂਲਾ ਜੀ ਨੇ 2 ਟਕੇ ਫੜ ਕੇ ਰੱਖ ਲਏ। ਇੱਕ ਪਰਚੀ ਤੇ ਲਿਖਤਾ ਮਰਨਾ ਸੱਚ ਹੈ ਤੇ ਦੂਜੀ ਪਰਚੀ ਤੇ ਲਿਖਤਾ ਜਿਉਣਾ ਝੂਠਾ। ਹੁਣ ਦੋਵੇਂ ਪਰਚੀਆਂ ਲੈ ਕੇ ਗੁਰੂ ਨਾਨਕ ਸਾਹਿਬ ਤੇ ਭਰੀ ਸੰਗਤ ਵਿੱਚ ਮਰਦਾਨਾ ਜੀ ਆ ਗਏ ਤੇ ਮਰਦਾਨਾ ਜੀ ਨੇ ਆ ਕੇ ਪਰਚੀਆਂ ਸਾਰਿਆਂ ਨੂੰ ਦਿਖਾਤੀਆਂ। ਤੁਹਾਡੇ ਪਿੰਡ ਦੇ ਵਿੱਚ, ਤੁਹਾਡੀ ਫਲਾਨੀ ਬਸਤੀ ਦੇ ਵਿੱਚ ਫਲਾਨੇ ਥਾਂ ਦੁਕਾਨ ਆ, ਇਹ 2 ਪਰਚੀਆਂ ਤੇ ਜੋ ਲਿਖੇ ਹੋਏ ਆਨਸਰ ਨੇ ਇਹ 2 ਟਕਿਆਂ 'ਚ ਮਿਲੇ ਨੇ। ਤਾਂ ਉਹ ਵਿਅਕਤੀ ਨੇ ਕਿਹਾਗਾ, ਕੀ ਕਿਹਾਗਾ? ਮਰਨਾ ਸੱਚ ਹੈ ਤੇ ਜਿਉਣਾ ਝੂਠ ਹੈ। ਇਹ ਪਾਤਸ਼ਾਹ ਜੀ ਨੇ ਉਪਦੇਸ਼ ਕਿਹਨੂੰ ਦਿੱਤਾ? ਉੱਥੋਂ ਦੇ ਲੋਕਾਂ ਨੂੰ, ਜਿਹੜੇ ਡਰ ਰਹੇ ਸੀ ਤੇ ਜਿਹੜਾ ਲੋਕਾਂ ਨੂੰ ਡਰਾ ਰਿਹਾ ਸੀ, ਮਾਰਨ ਤੇ ਮੰਤਰ ਪੜ੍ਹ ਰਿਹਾ ਸੀ, ਉਹਨੂੰ ਸਮਝਾਇਆ। ਚਲੋ, ਕਹਿਣ ਤੋਂ ਭਾਵ ਹਮਜ਼ਾ ਗੌਸ ਨੇ ਗੁਰੂ ਨਾਨਕ ਸਾਹਿਬ ਦਾ ਇਹ ਉਪਦੇਸ਼ ਸੁਣ ਕੇ ਗੁਰੂ ਨਾਨਕ ਸਾਹਿਬ ਦਾ ਪੱਲਾ ਪਕੜ ਲਿਆ। ਧੰਨਾ ਬਾਬਾ ਨਾਨਕਾ, ਤੇਰੇ 'ਚ ਏਡੀ ਵੱਡੀ ਤਾਕਤ ਸੀ। ਕਦੇ ਤੂੰ ਚੋਰਾਂ ਨਾਲ ਮਿਲਾਪ ਕਰਦਾ, ਕਦੇ ਤੂੰ ਠੱਗਾਂ ਨਾਲ ਮਿਲਾਪ ਕਰਦਾ, ਕਦੇ ਰਾਖਸ਼ਾਂ ਨਾਲ ਮਿਲਾਪ ਕਰਦਾ, ਕਦੇ ਤੂੰ ਸ਼ਰਾਪ ਦੇਣ ਵਾਲਿਆਂ ਨਾਲ ਮਿਲਾਪ ਕਰਦਾ। ਤੈਨੂੰ ਡਰ ਨਹੀਂ ਲੱਗਿਆ। ਤੇਰੀ ਇਸ ਨਿਡਰਤਾ ਨੂੰ, ਤੇਰੇ ਗਿਆਨ ਨੂੰ ਸਾਡੇ ਵੱਲੋਂ ਲੱਖ ਲੱਖ ਵਾਰ ਸਲਾਮ ਹੈ। ਲੱਖ ਲੱਖ ਵਾਰ ਸਲਾਮ। ਕੌਣ ਤੇਰੀ ਰੀਸ ਕਰ ਲੂਗਾ? ਤਾਈਓ ਕਹਿੰਦੇ ਨਾ, ਬਾਬੇ ਨਾਨਕ ਦੀ ਰੀਸ ਕਰਨ ਵਾਲਾ ਭਾਈ ਦੁਨੀਆ 'ਚ ਕੋਈ ਨਹੀਂ ਹੈ। ਹੁਣ ਗੁਰੂ ਨਾਨਕ ਸਾਹਿਬ ਨੇ ਸਾਰਿਆਂ ਨੂੰ ਉਪਦੇਸ਼ ਦਿੱਤਾ, ਭਾਈ ਸੋਹਣੀ ਜ਼ਿੰਦਗੀ ਜਿਉਵੋ, ਤੇ ਹਮਜ਼ਾ ਗੌਸ ਨੂੰ ਉਪਦੇਸ਼ ਦਿੱਤਾ, ਇਹ ਮਰਨਾ ਤਾਂ ਸੱਚ ਆ। ਤੂੰ ਮਾਰਨ ਦੇ ਲਈ ਜਪ ਕਰ ਰਿਹਾ, ਜੇ ਜਪ ਕਰਨੇ ਆ ਕਿਸੇ ਦੀ ਜ਼ਿੰਦਗੀ ਸਵਾਰਨ ਦੇ ਲਈ ਕਰ, ਮਾਰਨ ਦੇ ਲਈ ਨਾ ਕਰ। ਮਾਰਨਾ ਤਾਂ ਸੱਚ ਆ ਤੇ ਜੰਮਣਾ ਜਿਉਣਾ ਝੂਠ ਹੈਗਾ। ਜ਼ਿੰਦਗੀ ਜਿਉਣ ਨੂੰ, ਝੂਠ ਨੂੰ ਸੱਚ ਬਣਾ, ਜੇ ਤੂੰ ਬਣਾਉਣਾ ਹੀ ਹੈਗਾ। ਜੇ ਤੂੰ ਕੰਮ ਹੀ ਕਰਨਾ ਨਾ, ਝੂਠ ਨੂੰ ਸੱਚ ਬਣਾ ਕੇ ਦੁਨੀਆ ਵਿੱਚ ਪ੍ਰਗਟ ਕਰ। ਸੱਚ ਨੂੰ ਸੱਚ ਕੀ ਬਣਾਏਗਾ? ਸੱਚ ਤਾਂ ਪਹਿਲੀ ਸੱਚ ਆ। ਗੁਰੂ ਸਾਹਿਬ ਦਾ ਪੱਲਾ ਪਕੜ ਲਿਆ ਤੇ ਹੁਣ ਗੁਰੂ ਨਾਨਕ ਸਾਹਿਬ ਆਪਣੀ ਦੂਰ ਅੰਦੇਸੀ ਦੇ ਨਾਲ, ਚੰਗੀ ਸੋਚ ਦੇ ਨਾਲ ਇੱਕ ਗੱਲ ਵਿਚਾਰਦੇ ਨੇ, ਮਰਦਾਨਿਆ ਇਹ ਸੌਦਾ ਤੈਨੂੰ ਮਿਲਿਆ ਕਿੱਥੋਂ ਆ? ਇਹ ਕਿਸੇ ਡੇਰੇਦਾਰ ਦੇ ਡੇਰੇ ਚੋਂ ਨਹੀਂ ਮਿਲਿਆ, ਕਿਸੇ ਧਾਰਮਿਕ ਅਸਥਾਨ ਤੋਂ ਨਹੀਂ ਮਿਲਿਆ, ਇਹ ਤਾਂ ਕਿਸੇ ਗ੍ਰਸਤੀ ਪਰਿਵਾਰ ਦੇ ਘਰੋਂ ਮਿਲਿਆ। ਉਹ ਕੌਣ ਆ? ਮੂਲਾ ਜੀ। ਹੁਣ ਗੁਰੂ ਸਾਹਿਬ ਭਾਈ ਮੂਲਾ ਜੀ ਨੂੰ ਮਿਲਦੇ ਨੇ ਤੇ ਮੂਲਾ ਜੀ ਨੂੰ ਕਹਿੰਦੇ, ਪਿਆਰਿਆ, ਭਾਵੇਂ ਤੂੰ ਦੁਕਾਨਦਾਰ ਆ, ਗ੍ਰਸਤੀ ਪਰਿਵਾਰ ਦੇ ਨਾਲ ਸੰਬੰਧਤ ਆ, ਪਰ ਤੇਰੀ ਸੋਚ ਬੜੀ ਵਧੀਆ। ਤੈਨੂੰ ਦੇਖ ਪਤਾ ਵੀ ਮਰਨਾ ਸੱਚਾ ਤੇ ਜਿਉਣਾ ਝੂਠ। ਤੈਨੂੰ ਪਤਾ ਨਾ, ਪੂਰੇ ਸਿਆਲਕੋਟ ਵਿੱਚ ਤੂੰ 100% ਨੰਬਰ ਕੁੱਟ ਗਿਆ, ਜਾਣੀ ਕਿ ਤੂੰ ਪੋਜੀਸ਼ਨ ਪਾ ਗਿਆ, ਤੂੰ ਫਸਟ ਆ ਗਿਆ। ਸਾਡਾ ਜੀ ਕਰਦਾ ਤੂੰ ਸਾਡੇ ਨਾਲ ਰਹਿ, ਤੈਨੂੰ ਗਿਆਨ ਬਹੁਤ ਆ। ਤੈਨੂੰ ਗਿਆਨ ਬਹੁਤ ਆ ਨਾ, ਐਡਾ ਵੱਡਾ ਗਿਆਨ। ਜਦੋਂ ਗੁਰੂ ਨਾਨਕ ਸਾਹਿਬ ਨੇ ਭਾਈ ਮੂਲਾ ਜੀ ਦੀ ਵਡਿਆਈ ਕੀਤੀ, ਸੱਚ ਜਾਣਿਓ, ਭਾਈ ਮੂਲਾ ਜੀ ਬਾਬੇ ਨਾਨਕ ਦਾ ਇੱਕ ਸਿੱਖ ਬਣ ਗਿਆ। ਜਦੋਂ ਕੋਈ ਸ਼ਾਬਾਸ਼ੀ ਦੇਵੇ, ਪਤਾ ਨਾ ਆਪਣਾ ਜੀ ਕਰਦਾ, ਨਹੀਂ ਯਾਰ ਬਾਬੇ ਦੀ ਬਣ ਜਾਓ, ਸਾਡਾ ਗੁਰੂ ਸਾਨੂੰ ਇੰਨੀ ਸ਼ਾਬਾਸ਼ੀ ਦਿੰਦਾ, ਇੰਨਾ ਸਾਡਾ ਪਿਆਰ ਕਰਦਾ, ਹਨਾ। ਤੇ ਹੁਣ ਸਤਿਗੁਰੂ ਪਾਤਸ਼ਾਹ ਜੀ ਨਾਲ ਕੁਛ ਵਕਤ ਮੂਲਾ ਜੀ ਰਹੇ ਤੇ ਉਸ ਤੋਂ ਬਾਅਦ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਸਿਆਲਕੋਟ ਤੋਂ ਅਗਲੇ ਪੜਾਅ ਵੱਲ ਵਧਦੇ ਨੇ, ਉਹ ਆ ਜੰਮੂ। ਤੇ ਗੁਰੂ ਪਾਤਸ਼ਾਹ ਜੀ ਜਦੋਂ ਜੰਮੂ ਜਾਂਦੇ ਆ ਨਾ, ਇੱਥੇ ਮੈਂ ਗੱਲ ਹੋਰ ਕਹਿ ਦੇਵਾਂ, ਫਿਰ ਆਪਾਂ ਅੱਗੇ ਚੱਲ ਵੜਾਂਗੇ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਨਾ, ਜਿਹੜਾ ਭਾਈ ਮੂਲ ਚੰਦ ਜੀ ਨਾਲ ਆਪਣੀ ਮਿਲਣੀ ਕੀਤੀ ਆ, ਭਾਈ ਮੂਲਾ ਜੀ ਨਾਲ ਨਾ ਮਿਲੇ ਨੇ, ਤਾਂ ਮੂਲਾ ਜੀ ਬੜੇ ਖੁਸ਼ ਹੋਏ। ਤੇ ਉਸ ਵਕਤ ਭਾਈ ਮੂਲਾ ਜੀ ਦਾ ਕਾਰੋਬਾਰ ਸੀ ਛੋਟਾ, ਤੇ ਗੁਰੂ ਨਾਨਕ ਸਾਹਿਬ ਦੇ ਮਿਲਾਪ ਹੋਣ ਦੇ ਨਾਲ ਭਾਈ ਮੂਲਾ ਜੀ ਦਾ ਕਾਰੋਬਾਰ ਵੱਧ ਗਿਆ। ਇਹ ਗੱਲ ਹੁਣ ਆਪਾਂ ਸਾਰਿਆਂ ਨੇ ਧਿਆਨ 'ਚ ਰੱਖਣੀ ਆ। ਬਾਬੇ ਨਾਨਕ ਦੇ ਸਾਡੇ ਘਰ ਵਿੱਚ ਪੈਰ ਪੈਣ ਦੇ ਨਾਲ ਘਰ ਵਿੱਚ ਬਰਕਤਾਂ ਆ ਜਾਂਦੀਆਂ ਨੇ। ਇਹ ਗੱਲ ਧਿਆਨ 'ਚ ਰੱਖਣੀ ਆ, ਵਿਸ਼ਵਾਸ ਕਰਨਾ ਇਸ ਗੱਲ ਤੇ। ਪਹਿਲਾਂ ਮੂਲਾ ਜੀ ਦੀ ਛੋਟੀ ਜੀ ਦੁਕਾਨ ਸੀ,
ਪਰ ਬਾਬੇ ਨਾਨਕ ਦਾ ਚਰਨ ਪੈਣ ਕਰਕੇ ਜਿੱਥੇ ਬਾਬਾ ਪੈਰ ਧਰੇ, ਜਿੱਥੇ ਬਾਬੇ ਨੇ ਪੈਰ ਧਰ ਲਿਆ ਨਾ, ਲੋਕਾਂ ਨੂੰ ਭਾਈ ਮੂਲਾ ਜੀ ਤੇ ਵਿਸ਼ਵਾਸ ਬਣ ਗਿਆ ਵੀ ਚੰਗਾ ਬੰਦਾ ਸਿਆਲਕੋਟ ਦੇ ਵਿੱਚੋਂ ਸਭ ਤੋਂ ਵਧੀਆ ਬੰਦਾ ਇਹ ਆ। ਤੇ ਸਾਰੇ ਲੋਕ ਭਾਈ ਮੂਲਾ ਜੀ ਤੋਂ ਸੌਦਾ ਖਰੀਦਣ ਲੱਗ ਗਏ। ਥੋੜੇ ਜਿਹੇ ਟਾਈਮ ਦੇ ਵਿੱਚ ਭਾਈ ਮੂਲਾ ਜੀ ਦੀ ਬੜੀ ਚੜ੍ਹਾਈ ਹੋ ਗਈ, ਕਾਰੋਬਾਰ ਵਿੱਚ ਬਹੁਤ ਵੱਡੇ ਪੱਧਰ ਤੇ ਵਾਧਾ ਹੋ ਗਿਆ। ਜਿਹੜੀ ਗੱਲ ਇੱਥੇ ਆਪਾਂ ਕਰਨੀ ਹੈ, ਇਹ ਗੱਲ ਬਾਅਦ ਦੀ ਆ ਤੇ ਗੱਲ ਆਪਾਂ ਪਹਿਲਾਂ ਕਰ ਰਹੇ ਆ। ਦੁਆਰਾ ਗੁਰੂ ਨਾਨਕ ਸਾਹਿਬ ਜੀ ਸਿਆਲਕੋਟ ਪਹੁੰਚਦੇ ਨੇ। ਦੁਆਰਾ ਸਿਆਲਕੋਟ ਵਿੱਚ ਪਹੁੰਚੇ ਨਾ, ਤੇ ਉਦੋਂ ਆ ਕੇ ਗੁਰੂ ਪਾਤਸ਼ਾਹ ਨੇ ਮਨ ਵਿੱਚ ਇੱਛਾ ਪ੍ਰਗਟ ਕੀਤੀ, ਮਰਦਾਨਿਆ ਇੱਥੇ ਇੱਕ ਆਪਣਾ ਗੁਰਸਿੱਖ ਰਹਿੰਦਾ, ਚੱਲ ਆਪਾਂ ਉਹਨੂੰ ਮਿਲ ਕੇ ਚੱਲ ਗਏ, ਕੀ ਹਾਲ ਚਾਲ ਨੇ ਉਹਦੇ। ਤੇ ਜਦੋਂ ਗੁਰੂ ਨਾਨਕ ਸਾਹਿਬ ਨੇ ਭਾਈ ਮੂਲਾ ਜੀ ਦਾ ਜਾ ਕੇ ਦਰਵਾਜ਼ਾ ਖੜਕਾਇਆ ਨਾ, ਕੁੰਡਾ ਖੜਕਾਇਆ, ਤੇ ਭਾਈ ਮੂਲਾ ਜੀ ਦੀ ਪਤਨੀ ਨੇ ਵੇਖਿਆ ਵੀ ਉਹੀ ਉਹ ਬਾਬਾ ਜਿਸ ਬਾਬੇ ਨੇ ਭਾਈ ਮੂਲਾ ਜੀ ਨੂੰ ਕਿੰਨਾ ਟਾਈਮ ਨਾਲ ਰੱਖਿਆ। ਉਦੋਂ ਤਾਂ ਕਾਰੋਬਾਰ ਮੂਲਾ ਜੀ ਦਾ ਛੋਟਾ ਸੀ, ਡੰਗ ਲੈ ਗਿਆ, ਨਾਲ ਚਲਾ ਗਿਆ, ਪਰ ਹੁਣ ਤਾਂ ਕਾਰੋਬਾਰ ਬਹੁਤ ਵੱਡਾ ਹੋ ਗਿਆ ਨਾ, ਤੇ ਜੇ ਹੁਣ ਲੈ ਗਿਆ ਭਾਈ ਮੂਲਾ ਜੀ ਨੂੰ ਨਾਲ ਤੇ ਕਾਰੋਬਾਰ ਸੰਭਾਲਿਆ ਨਹੀਂ ਜਾਣਾ। ਤੇ ਚੰਦਰੀ ਨੇ ਨਾ ਜਵਾਬ ਦੇਤਾ। ਇਹ ਬਹਾਨੇ ਸਾਡੇ ਕੋਲੇ ਵੀ ਹੁੰਦੇ ਆ, ਧਿਆਨ ਦਿਓ। ਹੁਣ ਵਾਹਿਗੁਰੂ ਭਲਾ ਕਰੇ, ਗੁਰੂ ਨਾਨਕ ਪਾਤਸ਼ਾਹ ਦੇ ਘਰ ਕਦੇ ਝੂਠ ਨਾ ਬੋਲੋ। ਗੁਰੂ ਨਾਨਕ ਪਾਤਸ਼ਾਹ ਦੇ ਘਰ ਕਦੇ ਆਉਣ ਲੱਗਿਆਂ ਬਹਾਨਾ ਨਾ ਮਾਰੋ। ਤੇ ਆ ਹੁਣ ਮੂਲਾ ਜੀ ਦੀ ਕਹਾਣੀ ਤੋਂ ਆਪਣੀ ਜ਼ਿੰਦਗੀ 'ਚ ਸੇਧ ਲਿਓ। ਤੇ ਮੂਲਾ ਜੀ ਦੀ ਪਤਨੀ ਨੇ ਨਾ ਜਵਾਬ ਕੀ ਦਿੱਤਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਮੂਲਾ ਜੀ ਘਰਿਓ, ਤੇ ਪਤਨੀ ਜਵਾਬ ਦਿੰਦੀ ਹੈ ਕਿਤੇ ਦੁਬਾਰੇ ਨਾ ਨਾਲ ਲੈ ਜੇ। ਕਹਿੰਦੀ ਉਹ ਤਾਂ ਹੈ ਹੀ ਨਹੀਂ, ਉਹ ਤਾਂ ਹੈ ਹੀ ਨਹੀਂ। ਤੇ ਗੁਰੂ ਨਾਨਕ ਸਾਹਿਬ ਕੁਦਰਤੀ ਬੋਲ ਪਏ, ਪਾਤਸ਼ਾਹ ਨੇ ਕੋਈ ਸਰਾਪ ਨਹੀਂ ਦਿੱਤਾ। ਤੇ ਪਾਤਸ਼ਾਹ ਜੀ ਕੀ ਕਹਿੰਦੇ ਨੇ, ਭਲੀਏ ਜਿਹੜੇ ਘਰੇ ਹੁੰਦੇ ਆ ਨਾ, ਤੇ ਘਰੇ ਹੋਣ ਦੇ ਬਾਵਜੂਦ ਇਹ ਨਹੀਂ ਕਹੀਦਾ ਵੀ ਹੈ ਹੀ ਨਹੀਂ, ਕਿਤੇ ਮਾਲਕ ਤੇਰੀ ਭਾਵਨਾ ਨਾ ਪੂਰੀ ਕਰਦੇ। ਕੁਦਰਤੀ ਮਾਲਕ ਨੇ ਇਹ ਜਵਾਬ ਦਿੱਤਾ, ਹੈ ਹੀ ਨਹੀਂ ਤਾਂ ਕੋਈ ਗੱਲ ਨਹੀਂ, ਸਾਧੂ ਚੱਲਦੇ ਭਲੇ ਤੇ ਨਗਰੀ ਵਸਦੀ ਭਲੀ। ਹੁਣ ਉੱਥੇ ਇਤਿਹਾਸਕਾਰ ਲਿਖਦੇ ਨੇ ਵੀ ਮੂਲਾ ਨਾ ਗੁਰੂ ਨਾਨਕ ਸਾਹਿਬ ਨੂੰ ਦੇਖ ਕੇ ਲੁਕ ਗਿਆ ਸੀ। ਕਿਤੇ ਕਹਿ ਲੋ ਗਹਾਰੇ 'ਚ ਕਹਿ ਲੋ, ਕਮਰੇ 'ਚ ਕਹਿ ਲੋ, ਕਿਤੇ ਡੂੰਗੀ ਥਾਂ ਤੇ ਕਿਸੇ ਖੂੰਜੇ 'ਚ ਕਹਿ ਲੋ, ਪਰ ਜਿੱਥੇ ਲੁਕਿਆ ਕੁਦਰਤੀ ਇੱਕ ਨੇਮ, ਉੱਥੇ ਸੱਪ ਸੀ ਤੇ ਸੱਪ ਲੜ ਕੇ ਡੰਗ ਮਾਰਿਆ ਸੱਪ ਨੇ, ਤੇ ਉੱਥੇ ਮੌਤ ਹੋ ਗਈ। ਤੇ ਫਿਰ ਇਹਦੇ ਘਰ ਵਾਲੀ ਬਾਬੇ ਨਾਨਕ ਨੂੰ ਲੱਭਦੀ ਆ, ਬਾਬਾ ਨਾਨਕ ਮੇਰੇ ਘਰ ਵਿੱਚ ਦੁਬਾਰਾ ਪਰਤ ਆਵੇ। ਪਰ ਨਹੀਂ, ਜਿਹੜਾ ਇੱਕ ਵਾਰੀ ਸਮਾਂ ਲੰਘ ਜਾਵੇ ਨਾ, ਬੀਤ ਜਾਵੇ, ਤੇ ਉਹ ਦੁਬਾਰਾ ਵਾਪਸ ਨਹੀਂ ਪਰਤਦਾ। ਇਸ ਸਮੇਂ ਦਾ ਨਿਯਮ ਹੈ, ਬੀਤ ਜਹੈ ਜਨਮ ਅਕਾਜ ਰੇ। ਤਾਈਓ ਗੁਰੂ ਸਾਹਿਬ ਕਹਿੰਦੇ ਆ ਆਪਣੇ ਸਮੇਂ ਨੂੰ ਸਫਲ ਕਰ, ਸਮਾਂ ਇੱਕ ਵਾਰੀ ਲੰਘ ਗਿਆ ਨਾ, ਮੁੜ ਕੇ ਹੱਥ ਨਹੀਂ ਆਉਣਾਗਾ। ਤੇ ਚੇਤਾ ਰੱਖਿਓ, ਇਹ ਦੂਜੀ ਦੁਬਾਰੇ ਪਾਤਸ਼ਾਹ ਜੀ ਮਿਲਣੀ ਤੇ ਮੂਲ ਚੰਦ ਜੀ ਨੂੰ, ਭਾਈ ਮੂਲਾ ਜੀ ਨੂੰ ਇਸ ਤਰ੍ਹਾਂ ਦੇ ਜਦੋਂ ਵਿਚਾਰ ਕਰਕੇ ਚਲੇ ਗਏ ਤੇ ਮੂਲਾ ਜੀ ਦੀ ਮੌਤ ਹੋ ਗਈ। ਪਰ ਇਹ ਕੁਦਰਤੀ ਨਿਯਮ ਆ, ਜਦੋਂ ਬੰਦੇ ਦਾ ਕੰਮ ਨਹੀਂ ਚੱਲਦਾ ਉਦੋਂ ਬੰਦਾ ਅਰਦਾਸਾਂ ਕਰਦਾ, ਗੁਰੂ ਨਾਲ ਮਿਲਣੀ ਕਰਦਾ, ਪਰ ਜਦੋਂ ਕੰਮ ਚੱਲ ਪੈਂਦਾ ਨਾ, ਕਾਰੋਬਾਰ 'ਚ ਵਾਧਾ ਹੋ ਜਾਂਦਾ, ਫਿਰ ਇਹ ਗੁਰੂ ਨਾਨਕ ਪਾਤਸ਼ਾਹ ਵਾਸਤੇ, ਸਤ ਸੰਗਤ ਵਾਸਤੇ, ਗੁਰੂ ਦੇ ਕਾਰਜਾਂ ਵਾਸਤੇ ਦਸਵੰਧ ਕੱਢਣੋਂ ਵੀ ਹਟ ਜਾਂਦਾ। ਤੇ ਟਾਈਮ ਵੀ ਕੀ ਕਹਿੰਦਾਗਾ, ਮੇਰੇ ਕੋਲੇ ਹੈ ਹੀ ਨਹੀਂ, ਮੇਰਾ ਕਾਰੋਬਾਰ ਵੱਧ ਗਿਆ। ਤੇ ਹੁਣ ਕਿੰਨੀ ਚੰਗੀ ਗੱਲ ਆ, ਮਾਲਕ ਨੇ ਕਾਰੋਬਾਰ ਵਧਾਤਾ, ਪਰ ਜਿਹਨੇ ਕਾਰੋਬਾਰ ਵਧਾਇਆ ਨਾ, ਉਹਨੂੰ ਰੋਜ਼ ਮਿਲਣ ਆਈਏ ਆਪਾਂ। ਬਸ ਆ ਬੇਨਤੀ ਆ। ਹੁਣ ਭਾਈ ਮੂਲ ਚੰਦ ਜੀ ਦਾ ਕਾਰੋਬਾਰ ਬਾਬੇ ਨਾਨਕ ਦੇ ਆਉਣ ਕਰਕੇ ਵਧਿਆ, ਤੇ ਅੱਜ ਬਾਬੇ ਨਾਨਕ ਨੂੰ ਜਵਾਬ ਦਿੱਤਾ, ਕਹਿੰਦਾ ਮੇਰੇ ਕੋਲੇ ਤਾਂ ਮਿਲਣ ਦਾ ਟਾਈਮ ਹੀ ਨਹੀਂ, ਜੇ ਤੂੰ ਮੈਨੂੰ ਨਾਲ ਲੈ ਗਿਆ ਤੇ ਮੇਰੇ ਕਾਰੋਬਾਰ ਵਿੱਚ ਵਾਧਾ ਨਹੀਂ ਹੋਣਾ, ਉਹ ਰੁਕ ਜਾਊਗਾ। ਸੋ ਵਾਹਿਗੁਰੂ ਭਲਾ ਕਰੇ। ਹੁਣ ਇੱਥੋਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਜੰਮੂ ਗਏ ਨੇ, ਤੇ ਜੰਮੂ ਦੇ ਵਿੱਚ ਵੈਸ਼ਨੋ ਦੇਵੀ ਦਾ ਮੰਦਿਰ ਆ, ਤੇ ਉੱਥੇ ਵੀ ਗੁਰੂ ਨਾਨਕ ਪਾਤਸ਼ਾਹ ਨੇ ਸੱਚ ਦਾ ਹੋਕਾ ਮਾਰਿਆ। ਕਿੱਡੀ ਕਹਿਣੀ ਤੇ ਕਰਨੀ ਦਾ ਮਾਲਕ ਆ ਬਾਬਾ ਨਾਨਕ, ਜਿਹੜਾ ਮੰਦਿਰਾਂ ਦੇ ਵਿੱਚ ਜਾ ਕੇ ਵੀ ਨਾ ਸੱਚ ਦਾ ਹੋਕਾ ਮਾਰਦਾ। ਤੇ ਅੱਜ ਸੱਚ ਦਾ ਹੋਕਾ ਬਾਬੇ ਨਾਨਕ ਦੇ ਘਰੇ ਵੀ ਵੱਜਣੋਂ ਹਟ ਗਿਆ।
ਕੌਣ ਆ, ਕਿੱਥੇ ਆ? ਉਹ ਵਿਰਲੀਆਂ ਥਾਵਾਂ ਨੇ ਜਿੱਥੇ ਬਾਬੇ ਨਾਨਕ ਦੀ ਸੱਚੀ ਬਾਣੀ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਬੋਲੀ ਜਾਂਦੀ ਹੋਵੇ, ਆਵਾਜ਼ ਦਿੱਤੀ ਜਾਂਦੀ ਹੋਵੇ, ਸੱਚੀ ਗੱਲ ਕਹੀ ਜਾਂਦੀ ਹੋਵੇ। ਸਭ ਡਰਨ ਲੱਗ ਗਏ, ਕਹਿੰਦੇ ਰਹਿਣ ਦੋ, ਕੋਈ ਵਿਵਾਦ ਖੜਾ ਹੋ ਜੂ। ਕਮਾਲ ਆ, ਬਾਬੇ ਨਾਨਕ ਨੇ ਤਾਂ ਸਾਰੇ ਵਿਵਾਦਾਂ ਦਾ ਸਾਹਮਣਾ ਕੀਤਾ ਤੇ ਜਾ ਕੇ ਗੁਆਂਢੀਆਂ ਦੇ ਘਰੇ, ਵਿਰੋਧੀਆਂ ਦੇ ਘਰੇ ਜਾ ਕੇ ਸੱਚ ਕੀ ਬਾਣੀ ਸੁਣਾਈ ਆ। ਵੈਸ਼ਨੋ ਦੇਵੀ ਦੇ ਜੋ ਵੀ ਉਸ ਟਾਈਮ ਤੇ ਪੂਜਾ ਸੀ ਉਹਦਾ ਖੰਡਨ ਕੀਤਾ ਤੇ ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਸਤੇ ਤੇ ਪਾਇਆ। ਫਿਰ ਗੁਰੂ ਨਾਨਕ ਸਾਹਿਬ ਜੀ ਅਗਲਾ ਪੜਾਅ ਕਰਦੇ ਨੇ ਅਮਰਨਾਥ। ਤੇ ਤੁਸੀਂ ਜਾਣਦੇ ਹੋ ਅਮਰਨਾਥ ਦੀ ਜਿਹੜੀ ਯਾਤਰਾ ਉਹ ਅੱਜ ਵੀ ਸਾਡੀ ਦੁਨੀਆ ਦੇ ਵਿੱਚ ਕਾਫੀ ਮਾਨਤਾ ਰੱਖਦੀ ਆ। ਦੇਖੋ ਇੱਥੇ ਆਪਾਂ ਕਿਸੇ ਦਾ ਇਹ ਨਹੀਂ ਪੱਖ ਲੈਣਾ ਵੀ ਅਸੀਂ ਨਖੇਦੀ ਕਰਦੇ ਆ, ਪਰ ਗੁਰੂ ਨਾਨਕ ਪਾਤਸ਼ਾਹ ਦੇ ਦਰ ਨਾਲੋਂ ਸਾਰੇ ਦਰ ਨੀਚ ਨੇ। ਬਸ ਗੱਲ ਇੱਥੇ ਮੁੱਕਦੀ ਆ। ਇਹ ਉਹੀ ਅਮਰਨਾਥ ਆ, ਕਿਹੜਾ ਅਮਰਨਾਥ? ਜਿੱਥੇ ਕਸ਼ਮੀਰ ਤੋਂ ਚੱਲੇ ਪੰਡਤਾਂ ਨੇ ਆ ਕੇ ਆਪਣੀ ਰਾਏ ਕੀਤੀ ਸੀ ਤੇ ਰੱਬ ਅੱਗੇ ਨਾ, ਪਰਮਾਤਮਾ ਅੱਗੇ ਕਹਿ ਲਓ, ਜਾਂ ਅਮਰਨਾਥ ਦੀ ਜੋ ਉੱਥੇ ਮੂਰਤੀ ਬਣੀ ਆ ਉਹਦੇ ਅੱਗੇ ਜੋ ਲੋਕ ਉੱਥੇ ਮੰਨਤਾ ਕਰਦੇ ਨੇ ਉਹਦੇ ਅੱਗੇ ਉਹਦਾ ਵੇਰਵਾ ਦੇ ਕੇ ਅਰਦਾਸ ਬੇਨਤੀ ਕੀਤੀ, ਜਾਂ ਕਹਿ ਲਓ ਆਪਣੀ ਅਰਜ਼ੋਈ ਦੁੱਖ ਦੱਸੇ, ਤੇ ਪਰ ਉਹਨਾਂ ਦੇ ਦੁੱਖ ਉੱਥੇ ਸੁਣੇ ਨਹੀਂ ਗਏ। ਤੇ ਉਹਨਾਂ ਪੰਡਤਾਂ ਨੇ ਤਾਂ ਖੰਡਨ ਕਰਤਾ ਸੀ ਵੀ ਅੱਜ ਤੋਂ ਬਾਅਦ ਅਮਰਨਾਥ ਨਹੀਂ ਜਾਣਾ। ਖੰਡਨ ਕੀਤਾ ਨਾ, ਤੁਹਾਡੇ ਸਾਰਿਆਂ ਦੇ ਸਾਹਮਣੇ 9ਵੇਂ ਪਾਤਸ਼ਾਹ ਦਾ ਇਤਿਹਾਸ ਆ, ਅੱਜ ਤੋਂ ਬਾਅਦ ਨਹੀਂ ਅਸੀਂ ਜਾਣਾ। ਤੇ ਪਰ ਕਮਾਲ ਆ, ਅੱਜ ਸਿੱਖ ਵੀ ਉੱਥੇ ਧੱਕੇ ਖਾਈ ਜਾਂਦੇ ਨੇ। ਕਮਾਲ ਆ ਬਸ। ਇਹਦਾ ਮਤਲਬ ਅਸੀਂ ਵੇਖਣੀ ਦੀ ਸਿੱਖ ਰਹਿ ਗਏ। ਸਾਨੂੰ ਲੈ ਤਾਂ ਜਿੱਥੇ ਮਰਜ਼ੀ ਜਾਓ, ਚੌਲਾਂ ਦੀ ਮੁੱਠੀ ਕਰ ਕੀ ਵਗ ਜਾਂਦੇ ਆ। ਇੱਥੇ ਹੁਣ ਬੋਲ ਦੋ, ਨਾਸ ਕਰ ਦੋ, ਭਾਈ ਫਲਾਣੇ ਥਾਂ ਚੌਲ ਬਣਾਏ ਨੇ। ਕਮਾਲ ਆ ਗਿਆ, ਆਪਦੇ ਘਰੇ ਬਣਾਓ, ਖਾਓ, ਜੋ ਮਰਜ਼ੀ ਖਾਓ ਪੀਓ। ਬਾਬੇ ਨਾਨਕ ਦਾ ਉਪਦੇਸ਼ ਹੈ ਨਾ, ਤੇ ਜਿੱਧਰ ਨੂੰ ਬੋਲ ਵੱਜ ਗਿਆ ਨਾ ਉਧਰ ਨੂੰ ਚੱਲ ਪੈਨੇ ਆ। ਚਲੋ ਸ਼ਾਬਾਸ਼, ਜੇ ਕੋਈ ਪੁੰਨ ਧਰਮ ਕਰਦਾ ਉਹ ਅਗਲੇ ਦੀ ਭਾਵਨਾ, ਪਰ ਸਾਡਾ ਕੁਝ ਨਾ ਜੀਵਨ ਦੇ ਵਿੱਚ ਜ਼ਰੂਰਤ ਹੋਣੀ ਚਾਹੀਦੀ ਆ। ਬਾਬੇ ਨਾਨਕ ਵਾਲਾ ਉਪਦੇਸ਼ ਹੋਣਾ ਚਾਹੀਦਾ ਗਾ। ਮਾੜੀ ਮੋਟੀ ਜਿਹਨੂੰ ਆਪਾਂ ਦੇਸੀ ਭਾਸ਼ਾ ਕਹਿੰਦੇ ਨੇ ਵੀ ਅਣਖ ਹੋਣੀ ਚਾਹੀਦੀ ਆ, ਐਵੇਂ ਖਾਣ ਪੀਣ ਪਿੱਛੇ ਨਾ ਤੁਰਿਆ ਫਿਰ। ਸੋ ਵਾਹਿਗੁਰੂ ਭਲਾ ਕਰੇ। ਅੱਜ ਸਾਡਾ ਮੂੰਹ ਕਿੱਧਰ ਨੂੰ ਆ, ਗੌਰ ਕਰਕੇ ਵੇਖੋ। ਇੱਥੇ ਕਿਉਂ ਪੂਜਾ ਕੀਤੀ ਜਾਂਦੀ ਹੈ, ਕਾਹਦੀ ਪੂਜਾ ਕੀਤੀ ਜਾਂਦੀ ਹੈ? ਪਹਾੜੀ ਇਲਾਕੇ ਦੇ ਵਿੱਚ ਇੱਕ ਜਗ੍ਹਾ ਗਈ ਜਿੱਥੇ ਪਾਣੀ ਡਿੱਗਦਾ। ਉਹ ਪਾਣੀ ਜਦੋਂ ਡਿੱਗਦਾ ਗਾ ਤੇ ਪਾਣੀ ਡਿੱਗਣ ਨਾਲ ਠੰਡ ਹੋਣ ਕਰਕੇ ਬਰਫ਼ ਜੰਮ ਜਾਂਦੀ ਆ, ਤੇ ਉਹ ਲੋਕ ਜਿਹੜੇ ਉੱਥੇ ਰਹਿ ਕੇ ਪੂਜਾ ਕਰਵਾਉਂਦੇ ਨੇ ਜਾਂ ਪੂਜਾ ਕਰਦੇ ਨੇ, ਉਹ ਸ਼ਿਵਲਿੰਗ ਦੀ ਪੂਜਾ ਕਰਦੇ ਨੇ। ਬਾਬੇ ਨਾਨਕ ਨੇ ਉੱਥੇ ਬਹੁਤ ਵੱਡੇ ਪੱਧਰ ਤੇ ਖੰਡਨ ਕੀਤਾ। ਤੇ ਰੋਜ਼ 3 ਨੰਬਰ ਬਾਣੀ ਆਪਾਂ ਗੁਰੂ ਨਾਨਕ ਪਾਤਸ਼ਾਹ ਦੇ ਨੇਮ ਵਿੱਚ ਦਿੱਤੇ ਹੋਏ ਨੇਮ ਮੁਤਾਬਕ ਪੜ੍ਹਦੇ ਆ ਨਾ, ਤੇ ਉਸ 3 ਨੰਬਰ ਬਾਣੀ ਦੇ ਵਿੱਚ ਲਾਸਟ ਵਾਲੀ ਪੌੜੀ ਆ ਜਿਹੜੀ, ਉਹ ਇਸ ਪੂਜਾ ਦਾ ਖੰਡਨ ਕਰਦੀ ਆ। ਸੋ ਵਾਹਿਗੁਰੂ ਭਲਾ ਕਰੇ। ਬਾਬਾ ਨਾਨਕ ਡਰਿਆ ਨਹੀਂ, ਝਿਫਿਆ ਨਹੀਂ, ਲੋਕਾਂ ਨੂੰ ਸੱਚ ਦਾ ਉਪਦੇਸ਼ ਦਿੱਤਾ ਤੇ ਗੁਰੂ ਸਾਹਿਬ ਨੇ ਆਪਣੇ ਅਗਲੇ ਪੜਾਅ ਵੱਲ ਚਾਲਾ ਪਾਇਆ। ਤੇ ਅੱਗੇ ਗੁਰੂ ਪਾਤਸ਼ਾਹ ਕਿੱਥੇ ਜਾਂਦੇ ਨੇ? ਦੂਜੀ ਉਦਾਸੀ ਹੈ। ਗੱਲ ਹੋਰ ਧਿਆਨ 'ਚ ਰੱਖਿਓ, ਪਹਿਲੀ ਉਦਾਸੀ ਗੁਰੂ ਨਾਨਕ ਸਾਹਿਬ ਦੀ ਤਕਰੀਬਨ 8-8.5 ਸਾਲਾਂ ਦੀ ਆ, ਤੇ ਦੂਜੀ ਉਦਾਸੀ ਕੇਵਲ 1 ਸਾਲ ਦੀ ਆ। 1 ਸਾਲ ਬਾਅਦ ਗੁਰੂ ਨਾਨਕ ਸਾਹਿਬ ਵਾਪਸ ਪਰਦੇ ਨੇ। ਹੁਣ ਪਾਤਸ਼ਾਹ ਜੀ ਆ ਤਲਵੰਡੀਓਂ ਚੱਲ ਕੇ ਸਿਆਲਕੋਟ, ਜੰਮੂ, ਅਮਰਨਾਥ, ਤੇ ਇਸ ਤੋਂ ਅੱਗੇ ਗੁਰੂ ਪਾਤਸ਼ਾਹ ਜੀ ਪਹੁੰਚਦੇ ਨੇ ਸੁਮੇਰ ਪਰਬਤ ਤੇ ਜਿਹੜੇ ਸੁਮੇਰ ਪਰਬਤ ਨੂੰ ਕੈਲਾਸ਼ ਪਰਬਤ ਵੀ ਆਪਾਂ ਕਹਿੰਦੇ ਆ। ਤੇ ਗੁਰੂ ਸਾਹਿਬ ਜੀ ਉੱਥੇ ਜਦੋਂ ਪਹੁੰਚੇ ਆ ਨਾ, ਤੇ ਉੱਥੇ ਪਹੁੰਚਣ ਤੇ ਦੇਖਿਆ ਕੀ ਆ, ਸਿੱਧਾਂ ਦੀ ਮੰਡਲੀ ਬੈਠੀ ਆ। ਗੁਫਾਵਾਂ ਬਣੀਆਂ ਪਈਆਂ, ਕਮਰੇ ਤਾਂ ਕੋਈ ਬਣਾ ਹੀ ਨਹੀਂ ਸਕਦਾ ਸੀ, ਨਾ ਹੀ ਕੋਈ ਮੰਨ ਲਓ ਇਦਾਂ ਦਾ ਉਪਰਾਲਾ ਕਰ ਸਕਦਾ ਸੀ, ਨਾ ਹੀ ਹੁੰਦਾ ਸੀ। ਘੋਰ ਨੇ ਪੱਟੇ ਜਾਂਦੇ ਸੀ। ਗੁਫਾ ਦਾ ਮਲਵਈ ਭਾਸ਼ਾ ਦੇ ਮੁਤਾਬਕ ਦੂਜਾ ਨਾਮ ਕੀ ਆ? ਘੋਰਨਾ। ਖੁੱਡ ਵੀ ਕਹਿ ਸਕਦੇ ਆਪਾਂ। ਹੁਣ ਜਾਨਵਰ ਖੁੱਡਾਂ ਪੱਟ ਲੈਂਦੇ ਆ ਨਾ, ਘੋਰਨੇ ਵੀ ਪੱਟ ਲੈਂਦੇ ਨੇ। ਇਵੇਂ ਜਿਵੇਂ ਬੰਦਾ ਘੋਰਨਾ ਪੱਟ ਕੇ ਬਹਿ ਜਾਂਦਾ ਸੀ। ਤੇ ਅੱਜ ਨਾ ਕਈ ਵਾਰ ਕਿਸੇ ਬਾਬੇ ਦੇ ਭੋਰੇ ਤੇ ਟਿੱਪਣੀ ਹੋਵੇ, ਜਦੋਂ ਵੀ ਬਾਬਾ, ਆਪਾਂ ਤਾਂ ਕਹਿੰਦੇ ਭੋਰਾ ਸਾਹਿਬ ਭੋਰੇ 'ਚ ਬੈਠਾ, ਪਰ ਬਾਬਾ ਨਾਨਕ ਭੋਰੇ ਨੂੰ
ਕੀ ਕਹਿੰਦਾਗਾ, ਘੋਰਨਾ ਜਾਂ ਖੁੱਡ ਕਹਿੰਦਾ। ਬਾਬਾ ਖੁੱਡ 'ਚ ਵੜ ਗਿਆ ਤੇ ਜਾਂ ਵੜ ਗਿਆ ਘੋਰਨੇ 'ਚ। ਪਰ ਇੱਕ ਗੱਲ ਧਿਆਨ 'ਚ ਰੱਖਿਓ ਪਿਆਰਿਓ, ਤੁਸੀਂ ਬੜੇ ਸਿਆਣੇ ਹੋ, ਗੁਰੂ ਨਾਨਕ ਸਾਹਿਬ ਘੋਰਨੇ ਵਿੱਚ ਵੜਨ ਵਾਲੇ ਲੋਕਾਂ ਦਾ ਖੰਡਨ ਕਰਦਾ। ਬਾਬਾ ਨਾਨਕ ਕਿਸੇ ਘੋਰਨੇ 'ਚ ਨਹੀਂ ਵੜਿਆ, ਬਾਬਾ ਨਾਨਕ ਕਿਸੇ ਖੁੱਡ 'ਚ ਨਹੀਂ ਵੜਿਆ, ਬਾਬਾ ਨਾਨਕ ਕਿਸੇ ਭੋਰੇ 'ਚ ਨਹੀਂ ਵੜਿਆ। ਪਰ ਜੇ ਬਾਬੇ ਨਾਨਕ ਨੂੰ ਵਿਖਾਇਆ ਜਾਂਦਾ, ਉਹ ਵਿਖਾਉਣ ਵਾਲਿਆਂ ਦੀ ਕਮਜ਼ੋਰੀ ਹੋ ਸਕਦੀ ਆ, ਨਾ ਜਾਣਕਾਰੀ ਹੋ ਸਕਦੀ ਆ, ਵੀ ਉਹਨਾਂ ਨੂੰ ਜਾਣਕਾਰੀ ਹੈ ਨਹੀਂ, ਉਹਨਾਂ ਦੀ ਕਮਜ਼ੋਰੀ ਆ, ਜਾਂ ਉਹਨਾਂ ਨੇ ਆਪਣੇ ਡੇਰੇ ਨੂੰ ਮਸ਼ਹੂਰ ਕਰਨਾ ਵੀ ਇਹ ਭੋਰਾ ਸਾਹਿਬ ਦੇ ਨਾਲ ਮਸ਼ਹੂਰ ਆ ਭਾਈ। ਬਾਬੇ ਨਾਨਕ ਨੇ ਤਾਂ ਖੁੱਡਾਂ 'ਚ ਬੜੇ ਹੋਇਆਂ ਨੂੰ ਪੂਛਾਂ ਫੜ ਫੜ ਬਾਹਰ ਕੱਢਿਆਗਾ। ਬਾਬੇ ਨਾਨਕ ਨੇ ਭੋਰੇ 'ਚ ਵੜਿਆ ਹੋਇਆਂ ਨੂੰ ਪੂਛਾਂ ਫੜ ਫੜ ਬਾਹਰ ਕੱਢਿਆਗਾ। ਹੁਣ ਗੁਰੂ ਨਾਨਕ ਪਾਤਸ਼ਾਹ ਜੀ ਜਿਸ ਵਕਤ ਤੇ ਸੁਮੇਰ ਪਰਬਤ ਤੇ ਪਹੁੰਚੇ ਨੇ, ਤੇ ਉਹ ਸਾਧ ਉਥੋਂ ਦੇ ਸਿੱਧ ਦੇਖ ਕੇ ਹੈਰਾਨ। ਨਿੱਕੀ ਜੀ ਉਮਰ ਦਾ ਨਿਆਣਾ, ਕੋਈ ਬਹੁਤੀ ਵੱਡੀ ਉਮਰ ਨਹੀਂ, ਜਵਾਨੀ ਆ। ਤੇ ਸਾਡੀ ਉਮਰ ਕਿਸੇ ਦੀ 100 ਸਾਲ ਦੀ ਆ, ਕਿਸੇ ਦੀ 95 ਸਾਲ ਦੀ ਆ, ਕਿਸੇ ਦੀ 100 ਤੋਂ ਟੱਪ ਗਈ। ਅਸੀਂ ਵੱਡੀਆਂ ਉਮਰਾਂ ਦੇ ਮਾਲਕ ਆ, ਸਾਡੇ ਤੱਕ ਇਹਦੀ ਕਿਵੇਂ ਪਹੁੰਚੂਗੀ? ਇੰਨੇ ਖਾਤਰੇ ਸਹੇੜ ਕੇ ਸਾਡੇ ਤੱਕ ਕਿਵੇਂ ਪਹੁੰਚਿਆ? ਤੇ ਗੁਰੂ ਨਾਨਕ ਪਾਤਸ਼ਾਹ ਨੂੰ ਉਹਨਾਂ ਨੇ ਸਵਾਲ ਕੀਤਾ ਸੀ। ਸਵਾਲ ਕੀ ਕੀਤਾ ਸੀ? ਸਿੱਧ ਪੁੱਛਣ ਸੁਣ ਬਾਲਿਆ। ਇਹ ਗੱਲ ਧਿਆਨ 'ਚ ਰੱਖਿਓ, ਗੁਰੂ ਨਾਨਕ ਪਾਤਸ਼ਾਹ ਨੂੰ ਸਿੱਧ ਬਾਲਾ ਕਹਿੰਦੇ ਨੇ, ਜਾਣੀ ਕਿ ਬਾਲੇ ਤੋਂ ਭਾਵ ਬਾਲ, ਬਾਲਕ ਤੋਂ ਭਾਵ ਬਾਲਕ, ਨਿਆਣਾ। ਤੇ ਗੁਰੂ ਨਾਨਕ ਸਾਹਿਬ ਦੀ ਉਸ ਟਾਈਮ ਤੇ ਉਮਰ 48 ਸਾਲ ਦੀ। ਤੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਨਾ, ਕਹਿੰਦੇ ਐ ਬਾਲੇ, ਤੂੰ ਇੱਥੇ ਕਿਵੇਂ ਪਹੁੰਚਿਆ ਇੰਨੇ ਖਾਤਰਿਆਂ ਦੇ ਵਿੱਚੋਂ ਦੀ ਲੰਘ ਕੇ? ਸਿੱਧ ਪੁੱਛਣ ਸੁਣ ਬਾਲਿਆ, ਕੌਣ ਸਾਕਤ ਤੂੰ ਹੈ ਇੱਥੇ ਲਿਆਈ? ਕਿਹੜੀ ਸ਼ਕਤੀ ਆ ਜਿਹੜੀ ਤੈਨੂੰ ਇੱਥੇ ਸਾਡੇ ਤੱਕ ਲੈ ਕੇ ਆਈ ਆ? ਤੇਰਾ ਮਕਸਦ ਕੀ ਹੈ ਇੱਥੋਂ ਤੱਕ ਆਉਣ ਦਾ? ਤੇ ਗੁਰੂ ਨਾਨਕ ਪਾਤਸ਼ਾਹ ਨੇ ਜਵਾਬ ਕੀ ਦਿੱਤਾਗਾ? ਹਉ ਜਪਿਆ ਪਰਮੇਸ਼ਰੋ। ਪਾਤਸ਼ਾਹ ਜੀ ਕਹਿੰਦੇ ਨਾ, ਮੈਂ ਰੱਬ ਨੂੰ ਜਪਦਾ, ਰੱਬ ਤੋਂ ਬਿਨਾਂ ਕਿਸੇ ਨੂੰ ਮੰਨਦਾ ਨਹੀਂ। ਹਉ ਜਪਿਆ ਪਰਮੇਸ਼ਰੋ। ਫਿਰ ਅੱਗੇ ਪਾਤਸ਼ਾਹ ਕਹਿੰਦੇ ਨੇ, ਭਉ ਭਗਤ ਸੰਗ ਤਾੜੀ ਲਾਈ। ਮੈਂ ਭਗਤੀ ਦੇ ਸ਼ਕਤੀ ਦੁਆਰਾ ਇਹ ਤੁਹਾਡੇ ਤੱਕ ਪਹੁੰਚ ਕੀਤੀ ਹੈ, ਜਾਣੀ ਕਿ ਸ਼ਬਦ ਦੀ ਤਾਕਤ ਸਦਕਾ ਮੈਂ ਤੁਹਾਡੇ ਤੱਕ ਪਹੁੰਚ ਕੀਤੀ ਆ। ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਏਦਾਂ ਕਿਹਾ ਨਾ, ਤੇ ਸਿੱਧ ਕਹਿੰਦੇ ਵੀ ਜਿਹੜਾ ਬੰਦਾ ਸਾਡੇ ਤੱਕ ਪਹੁੰਚ ਜਾਂਦਾ ਜਾਂ ਪਹੁੰਚ ਗਿਆ, ਉਹ ਕੋਈ ਆਮ ਨਹੀਂ ਹੈ, ਉਹ ਆਮ ਨਹੀਂ ਕੋਈ ਹੈ, ਉਹ ਖਾਸ ਆ। ਹੁਣ ਇਹਨੂੰ ਥੋੜਾ ਜਿਹਾ ਨਾ ਆਪਾਂ ਉਲਟਾ ਕੇ ਵੇਖੋ ਪੰਨਾ ਇਹਦਾ। ਮੰਨ ਲਓ ਵੀ ਕਿਸੇ ਬਾਬੇ ਨੇ ਆਪਣਾ ਸਪੈਸ਼ਲ ਕਮਰਾ ਬਣਾ ਲਿਆ ਤੇ ਬਾਹਰ ਲਿਖ ਕੇ ਲਾਤਾ ਵੀ ਮੇਰੇ ਕਮਰੇ ਵਿੱਚ ਆਉਣ ਵਾਲਾ ਵਿਅਕਤੀ ਬਿਨਾਂ ਪੁੱਛੇ ਬਿਨਾਂ ਦੱਸੇ ਅੰਦਰ ਨਾ ਆਵੇ। ਉਹਨੇ ਲਿਖ ਕੇ ਲਾਤਾ, ਜਾਂ ਆਪਦੇ ਪਹਿਰੇਦਾਰ ਨੌਕਰ ਚਾਕਰ ਖੜਾਤੇ। ਤੇ ਹੁਣ ਚੇਤਾ ਰੱਖਿਓ, ਜਿਹੜਾ ਬੰਦਾ ਉੱਥੇ ਪਹੁੰਚ ਕਰਨ ਵਾਲਾ ਉੱਥੋਂ ਦੇ ਨੌਕਰ ਚਾਕਰਾਂ ਨੂੰ ਪੁੱਛ ਕੇ ਜਾਂਦਾਗਾ, ਤੇ ਉਹ ਬਾਬੇ ਨੂੰ ਅੰਦਾਜ਼ਾ ਹੋ ਜਾਂਦਾ ਇਹ ਬੰਦਾ ਇਹ ਆਮ ਆ। ਤੇ ਜਿਹੜਾ ਬੰਦਾ ਬਿਨਾਂ ਪੁੱਛੇ ਉਹ ਅੰਦਰ ਬੈਠੇ ਹੋਏ ਵਿਅਕਤੀ ਤੱਕ ਆਪਣੀ ਪਹੁੰਚ ਕਰਦਾ, ਤੇ ਇਹ ਗੱਲ ਚੇਤੇ ਰੱਖਿਓ, ਉਹ ਬੰਦਾ ਡਰ ਜਾਂਦਾ ਵੀ ਜਿਹੜਾ ਮੇਰੇ ਤੱਕ ਬਿਨਾਂ ਪੁੱਛੇ ਪਹੁੰਚ ਗਿਆ ਨਾ, ਇਹ ਕੋਈ ਖਾਸ ਆ, ਐਵੇਂ ਨਹੀਂ ਆਇਆਗਾ। ਹੁਣ ਗੁਰੂ ਸਾਹਿਬ ਜੀ ਨੂੰ ਇਹ ਕੀ ਕਹਿੰਦੇ ਨੇ ਵੀ ਤੂੰ ਸਾਡੇ ਬਾਰੇ ਕੀ ਜਾਣਦਾ, ਕਿਵੇਂ ਆਇਆ, ਕਿਹਨੂੰ ਪੁੱਛ ਕੇ ਆਇਆ? ਗੁਰੂ ਸਾਹਿਬ ਨੇ ਗੱਲ ਮੁਕਾਤੀ, ਦੁਨੀਆ ਦੇ ਵਿੱਚ ਮੰਦੜੇ ਹਾਲ ਨੇ ਤੇ ਤੁਸੀਂ ਭੋਰਿਆਂ 'ਚ ਵੜ ਕੇ ਬਹਿ ਗਏ, ਖੋਡਾਂ 'ਚ ਵੜ ਕੇ ਬਹਿ ਗਏ। ਤੇ ਜਾਓ ਦੁਨੀਆ ਦਾ ਜੇ ਭਲਾ ਕਰਨਾ, ਦੁਨੀਆ ਦੇ ਵਿੱਚ ਵਿਚਰੋ। ਇੱਥੇ ਤੁਹਾਡੇ ਬੈਠਣ ਦੇ ਨਾਲ ਦੁਨੀਆ ਦਾ ਭਲਾ ਨਹੀਂ ਹੋ ਸਕਦਾ। ਜਾਣੀ ਕਿ ਬਾਬੇ ਨੇ ਥੋੜੀਆਂ ਜੀਆਂ ਖਰੀਆਂ ਖਰੀਆਂ ਸੁਣਾਈਆਂ, ਕਿਸੇ ਦਾ ਕੋਈ ਜ਼ਿਕਰ ਨਹੀਂ ਕੀਤਾ ਵੀ ਕਿਸੇ ਨੇ ਮੈਨੂੰ ਭੇਜਿਆ ਜਾਂ ਮੈਂ ਕਿਸੇ ਨੂੰ ਪੁੱਛ ਕੇ ਆਇਆ, ਸਿੱਧਾ ਮੇਰੀ ਤਾਕਤ ਸੀ ਤਾਂ ਮੈਂ ਤੁਹਾਡੇ ਤੱਕ ਪਹੁੰਚ ਗਿਆ। ਹੁਣ ਇਹਨਾਂ ਨੇ ਅੱਗੋਂ ਬਾਬੇ ਨਾਲ ਗੱਲ ਕਰਨੀ ਬੰਦ ਕਰਤੀ, ਗੁਰੂ ਨਾਨਕ ਸਾਹਿਬ ਨਾਲ ਗੱਲਬਾਤ ਕਰਨੀ ਨਾ ਬੰਦ ਕਰਤੀ। ਤੇ ਕਹਿੰਦੇ ਆਪਾਂ ਆਪਣੇ ਵੱਲੋਂ ਥੋੜਾ ਜਿਹਾ ਖਲਾਰਾ ਪਾਓ। ਖਲਾਰੇ ਤੋਂ ਭਾਵ ਸਮਝਦੇ ਆ ਨਾ ਵੀ ਇਹਨਾਂ ਨੇ ਥੋੜੇ ਬਹੁਤੇ ਇਦਾਂ ਦੇ ਕੰਮ ਕਰਨੇ ਸ਼ੁਰੂ ਕਰਤੇ ਵੀ ਚਾਹੇ ਤਾਂ ਡਰ ਜੂ,
ਮੁੜ ਜੂ ਪਿੱਛੇ, ਤੇ ਚਾਹੇ ਸਾਡੇ ਮੂਹਰੇ ਨਹੀਂ ਬੋਲਣਾ, ਸਾਡੇ ਨਾਲ ਰਲ ਜੂ। ਦੋ ਕੰਮ ਕਰੂਗਾ, ਜਾਂ ਤਾਂ ਮੁੜ ਜੂ ਜਾਂ ਨਾਲ ਰਲ ਜੂਗਾ। ਦੋਨੇ ਕੰਮ ਹੀ ਸਾਨੂੰ ਫਿੱਟ ਆ, ਜਾਂ ਤਾਂ ਮੁੜ ਜੇ ਤੇ ਜਾਂ ਨਾਲ ਰਲ ਜੇ। ਹੁਣ ਗੁਰੂ ਨਾਨਕ ਪਾਤਸ਼ਾਹ ਨਾ ਹੀ ਤਾਂ ਮੁੜਨ ਵਾਲਾ, ਤੇ ਦੂਜੀ ਗੱਲ ਨਾ ਹੀ ਨਾਲ ਰਲਣ ਵਾਲਾ। ਵਿਚਾਰਧਾਰਾ ਨਹੀਂ ਵੀ ਉਹਨਾਂ ਨਾਲ ਮਿਲਦੀ ਕੀ ਨਹੀਂ ਮਿਲਦੀ, ਪਰ ਗੁਰੂ ਸਾਹਿਬ ਦੇ ਕੋਲ ਨਾ ਇੱਕ ਸੁਭਾਅ ਆ, ਉਹ ਸੁਭਾਅ ਬੜਾ ਮਿੱਠਾ। ਭਾਈ ਗੁਰਦਾਸ ਜੀ ਲਿਖਦੇ ਨੇ, ਕਹਿੰਦੇ ਬਾਬਾ ਆਖੇ ਨਾਥ ਜੀ ਨਾਨਕ ਨਾਮ ਜਪੇ ਗਤ ਪਾਈ। ਉਹ ਪੁੱਛਦੇ ਨੇ ਤੇਰਾ ਨਾਮ ਕੀ ਆ? ਉਹਨਾਂ ਨੇ ਦੱਸਤਾ ਪਾਤਸ਼ਾਹ ਨੇ ਮੇਰਾ ਨਾਮ ਨਾਨਕ ਆ, ਤੇ ਨਾਮ ਜਪੇ ਗਤ ਪਾਈ। ਸ਼ਬਦ ਨਾਲ ਜੁੜ ਕੇ, ਨਾਮ ਨਾਲ ਜੁੜ ਕੇ ਮੈਂ ਆਪਣੇ ਜੀਵਨ ਦਾ ਵਿਕਾਸ ਵੱਡਾ ਕੀਤਾ, ਆਪਣੇ ਜੀਵਨ ਨੂੰ ਸੋਹਣਾ ਬਣਾਇਆਗਾ, ਵਾਧਾ ਕੀਤਾ, ਆਪਣੇ ਜੀਵਨ ਦੇ ਵਿੱਚ ਵਿਕਾਸ ਕੀਤਾਗਾ। ਆ ਤਾਕਤ ਆ ਮੇਰੇ ਕੋਲੇ। ਪਰ ਜੰਮਿਆ ਮੈਂ ਉੱਚੇ ਘਰ ਚ, ਨਾਲੇ ਵੀ ਦੱਸਤਾ। ਪੁੱਛਦੇ ਨੇ ਤੂੰ ਕਿਹਦੇ ਘਰੇ ਜੰਮਿਆ ਤੇ ਤੇਰਾ ਮਿਸ਼ਨ ਕੀ ਆ? ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਾ, ਭਾਈ ਗੁਰਦਾਸ ਕਹਿੰਦੇ ਨੀਚ ਕਹਾਏ, ਮੈਂ ਕਹਾਉਂਦਾ ਤਾਂ ਨੀਚ ਹਾਂ। ਆਪਾਂ ਬਾਣੀ ਚ ਹੀ ਪੜਿਆ ਨਾ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ, ਜਿੱਥੈ ਨੀਚ ਸੰਭਾਲੀ ਅੰਨ ਤੇ ਤਿੱਥੈ ਨਦਰ ਤੇਰੀ ਬਖਸ਼ੀਸ। ਮਤਲਬ ਮੈਂ ਜਨਮਿਆ ਵੱਡੇ ਘਰ ਵਿੱਚ ਆ, ਖੱਤਰੀਆਂ ਦੇ ਪਰਿਵਾਰ ਜੰਮਿਆ, ਬਾਪ ਮੇਰਾ ਪਟਵਾਰੀ ਆ, ਸਹੁਰਾ ਮੇਰਾ ਪਟਵਾਰੀ ਆ, ਤੇ ਬੇਬੇ ਨਾਨਕੀ ਦੇ ਘਰ ਵਾਲਾ ਉਹ ਵੀ ਇੱਕ ਸਰਕਾਰੀ ਮੁਲਾਜ਼ਮ ਆ। ਬਹੁਤ ਸਰਦਾ ਵਰਦਾ ਘਰ ਹੈਗਾ, ਟੋਟਲੀ ਮੁਲਾਜ਼ਮ ਨੇਗੇ। ਪਰ ਮੈਂ ਉੱਚੇ ਘਰ 'ਚ ਜਨਮ ਕੇ ਨਾ, ਉੱਚਾ ਨਹੀਂ ਕਹਾਉਂਦਾ। ਮੇਰਾ ਮਿਸ਼ਨ ਆ, ਮੈਂ ਆਮ ਲੋਕਾਂ ਦੇ ਨਾਲ ਮਿੱਤਰਤਾ ਪਾਈ ਹੋਈ ਹੈ। ਨੀਚ ਕਹਾਉਣਾ, ਨੀਚ ਕਹਾਏ ਊਚ ਘਰ ਆਈ। ਨੀਚ ਕਹਾ ਰਿਹਾ, ਉੱਚੇ ਘਰ ਵਿੱਚ ਆਇਆ। ਹੁਣ ਗੁਰੂ ਨਾਨਕ ਸਾਹਿਬ ਨੇ ਜਦੋਂ ਇਹ ਗੱਲਾਂ ਕੀਤੀਆਂ ਨਾ, ਇਹਨਾਂ ਨੇ ਆਪਣੇ ਵੱਲੋਂ ਖਲਾਰਾ ਬੜਾ ਪਾ ਲਿਆ। ਜਾਣੀ ਕਿ ਕੋਈ ਕਿਸ ਤਰ੍ਹਾਂ ਦੀ ਗੱਲ ਕਰਦਾ, ਕੋਈ ਕਿਸ ਤਰ੍ਹਾਂ ਦੀ ਗੱਲ ਕਰਦਾ, ਕੋਈ ਕਿਸ ਤਰ੍ਹਾਂ ਦੀ ਗੱਲ ਕਰਦਾ। ਮਰਦਾਨਾ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ, ਪਾਤਸ਼ਾਹ ਖਲਾਰਾ ਬੜਾ ਪਾਈ ਜਾਂਦੇ ਨੇ। ਜਾਣੀ ਕਿ ਸਵਾਲ ਤੇ ਸਵਾਲ ਕਰੀ ਜਾਂਦੇ ਆ ਨਾ, ਬੜਾ ਖਲਾਰਾ ਪਾਈ ਜਾਂਦੇ ਨੇ, ਤੇ ਕਿਵੇਂ ਹੋਣਾ ਚਾਹੀਦਾ? ਤੇ ਗੁਰੂ ਨਾਨਕ ਸਾਹਿਬ ਕਹਿੰਦੇ ਕੋਈ ਗੱਲ ਨਹੀਂ, ਜਿਨ੍ਹਾਂ ਨੇ ਖਲਾਰਾ ਪਾਇਆ ਨਾ, ਤੇ ਉਹੀ ਆਪਣੇ ਖਲਾਰੇ ਨੂੰ ਠੀਕ ਕਰਨਗੇ। ਆਪਾਂ ਨੂੰ ਮਤਲਬ ਕੋਈ ਨਹੀਂ ਚੇਫਣ ਦੀ। ਹੁਣ ਗੁਰੂ ਨਾਨਕ ਸਾਹਿਬ ਨੂੰ ਚਲੋ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਉਹਨਾਂ ਦੇ ਵਿੱਚ ਇੱਕ ਭੰਗਰ ਨਾਥ ਥਾ, ਹਨੀਫਾ ਨਾਥ ਥਾ, ਮੰਗਲ ਨਾਥ ਥਾ, ਚੋਟੀ ਦੇ ਸਿੱਧ ਨੇ। ਇਹ ਵੀ ਮੈਂ ਨਾਲ ਕਹਿ ਦੇਵਾਂ ਵੀ ਜਿਹੜੇ ਇਹ ਸਿੱਧ ਲੋਕ ਆ ਨਾ, ਅੱਜ ਦੇ ਵਿਗਿਆਨੀਆਂ ਨਾਲੋਂ ਇਹ ਬਹੁਤ ਤੇਜ਼ ਵਿਅਕਤੀ ਨੇ। ਭਾਵੇਂ ਕਹਾਉਂਦੇ ਸਿੱਧ ਨੇ, ਅੱਜ ਦਾ ਵਿਗਿਆਨੀ ਇਹ ਉਸ ਟਾਈਮ ਦਾ ਸਿੱਧ। ਚੇਤਾ ਰੱਖਿਓ, ਹੁਣ ਕੰਪੈਰੀਜ਼ਨ ਕਰਕੇ ਵੇਖਿਓ, ਅੱਜ ਦਾ ਵਿਗਿਆਨੀ ਕੋਈ ਬੰਦਾ, ਉਸ ਟਾਈਮ ਦਾ ਸਿੱਧ, ਤੇ ਅੱਜ ਦਾ ਵਿਗਿਆਨੀ ਉਸ ਟਾਈਮ ਦੇ ਸਿੱਧ ਦਾ ਮੁਕਾਬਲਾ ਨਹੀਂ ਕਰ ਸਕਦਾ। ਇਹਦਾ ਮਤਲਬ ਉਹਨਾਂ ਦੇ ਨਾਲ ਮੁਕਾਬਲਾ ਕਰਨਾ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ। ਇਸੇ ਕਰਕੇ ਨਾ ਕਿਸੇ ਵੀਰ ਨੇ ਇੱਕ ਲੇਖ ਲਿਖਿਆ ਬੜਾ ਵਧੀਆ, ਵਿਗਿਆਨ ਬਾਬੇ ਨਾਨਕ ਦਾ ਪਾਣੀ ਭਰਦੀ ਆ, ਲੇਖ ਦਾ ਨਾਮ। ਪਰ ਉਹਦੇ ਵਿੱਚੋਂ ਮਿਲਦਾ ਕੀ ਆ? ਵੀ ਗੁਰੂ ਨਾਨਕ ਸਾਹਿਬ ਦਾ ਪਾਣੀ ਭਰਦੀ ਆ। ਇਹਦਾ ਮਤਲਬ ਇਹ ਹੈ ਵੀ ਗੁਰੂ ਨਾਨਕ ਸਾਹਿਬ ਕੋਲੇ ਵਿਗਿਆਨੀਆਂ ਨਾਲੋਂ, ਟੋਟਲ ਦੁਨੀਆ ਦੇ ਸਾਰੇ ਵਿਗਿਆਨੀ ਇਕੱਠੇ ਕਰ ਲਗੇ, ਉਹਨਾਂ ਨਾਲੋਂ ਵੱਧ ਗਿਆਨ ਆ। ਉਹਨਾਂ ਨਾਲੋਂ ਜੇ ਵੱਧ ਗਿਆਨ ਆ ਤਾਂ ਉਹ ਝੁਕੇ ਹੋਏ ਨੇ। ਹਾਂ, ਕੋਈ ਆਪਦੀ ਆਕੜ ਚ ਤੁਰਿਆ ਫਿਰੇ ਵੱਖਰੀ ਗੱਲ ਆ, ਵਿਗਿਆਨੀਆਂ ਨੇ ਤਾਂ ਆਕੜ ਰੱਖਣੀ ਆ। ਆਕੜ ਤਾਂ ਸਾਡੇ ਚ ਵਾਲੀ ਆ, ਅਸੀਂ ਨਹੀਂ ਬਾਬੇ ਨਾਨਕ ਕੋਲੇ ਆ ਕੇ ਝੁਕਦੇ। ਸਾਡੇ ਵਿੱਚ ਵੀ ਆਕੜ ਬਹੁਤ ਆ ਨਾ। ਅਗਲੇ ਕੋਲੇ ਤਾਂ ਚਲੋ ਗਿਆਨ ਆ, ਉਹ ਤਾਂ ਵਿਗਿਆਨੀ ਨੇ, ਉਹ ਤਾਂ ਬਹੁਤ ਤਕੜੇ ਨੇ, ਉਹਨਾਂ ਨੇ ਤਾਂ ਦੁਨੀਆ ਨੂੰ ਕੁਛ ਦਿੱਤਾ। ਝੁਕਣਾ ਨਾ ਝੁਕਣਾ ਉਹਨਾਂ ਦੀ ਮਰਜ਼ੀ ਆ, ਪਰ ਸਾਡੇ ਕੋਲੇ ਤਾਂ ਕੋਈ ਗੁਣ ਹੈ ਹੀ ਨਹੀਂ ਨਾ। ਅਸੀਂ ਤਾਂ ਫਿਰ ਵੀ ਨਹੀਂ ਬਾਬੇ ਨਾਨਕ ਨੂੰ ਝੁਕ ਕੇ ਰਾਜੀ, ਬਾਬੇ ਨਾਨਕ ਨੂੰ ਸਲਾਮ ਕਰਕੇ ਨਹੀਂ ਰਾਜੀ, ਬਾਬੇ ਨਾਨਕ ਨੂੰ ਵੱਡਾ ਕਹਿ ਕੇ ਰਾਜੀ ਨਹੀਂ। ਅਸੀਂ ਤਾਂ ਸਾਥ ਉਹਨਾਂ ਦਾ ਦਿੰਨੇ ਆ ਜਿਹੜੇ ਬਾਬੇ ਨਾਨਕ ਦੇ ਰੋਮ ਵਰਗੇ ਵੀ ਨਹੀਂ ਬਣ ਸਕਦੇ। ਉਲਟ ਕਹਾਣੀ ਆ। ਪਰ ਚੇਤਾ ਰੱਖੋ, ਸਿੱਧ ਬੜੇ ਪ੍ਰਭਾਵਸ਼ਾਲੀ ਨੇ, ਤਕੜੇ ਨੇ।
ਉਹਨਾਂ ਨੇ ਆਪਣੇ ਵੱਲੋਂ ਭਾਈ ਗੁਰਦਾਸ ਜੀ ਕਹਿੰਦੇ ਨਾ ਇੱਕ ਉਪਰਾਲਾ ਕੀਤਾ। ਕੀ ਕੀਤਾ? ਕਹਿੰਦੇ ਇਉਂ ਕਰ, ਫਿਰ ਸਾਨੂੰ ਲੱਗੀ ਆ ਪਾਣੀ ਦੀ ਪਿਆਸ, ਤੇ ਉਹ ਦੂਰ ਨਾ ਇੱਕ ਪਾਣੀ ਦਾ ਝਰਨਾ ਗਾ, ਤੇ ਉਹ ਝਰਨੇ ਦੇ ਵਿੱਚੋਂ ਤੂੰ ਪਾਣੀ ਭਰ ਲਿਆ। ਆਪਣੇ ਵੱਲੋਂ ਕੋਈ ਬਰਤਨ ਦੇਤਾ, ਆਪਣੇ ਵੱਲੋਂ ਕੋਈ ਚਿੱਪੀ ਦੇਤੀ, ਕਿਸੇ ਤਰ੍ਹਾਂ ਦਾ ਕੋਈ ਦੇਤਾ। ਤੇ ਗੁਰੂ ਸਾਹਿਬ ਜੀ ਕਹਿੰਦੇ ਕੋਈ ਗੱਲ ਨਹੀਂ, ਮੇਰਾ ਮਤਲਬ ਦੁਨੀਆ ਦੇ ਵਿੱਚ ਭਲਾ ਕਰਨਾ, ਸੇਵਾ ਕਰਨੀ, ਲੋੜਵੰਦਾਂ ਨੂੰ ਭੋਜਨ ਛਕਾਉਣਾ। ਜੇ ਤੁਹਾਨੂੰ ਪਾਣੀ ਦੀ ਲੋੜ ਆ ਤੇ ਮੈਂ ਝੱਟ ਗਿਆ ਤੇ ਝੱਟ ਮੁੜਾ। ਪਰ ਇਹਨਾਂ ਨੇ ਕੌਤਕ ਕੀ ਵਰਤਾਇਆ। ਚਲੋ ਉੱਥੇ ਭਾਈ ਗੁਰਦਾਸ ਨੇ ਇਦਾਂ ਲਿਖਿਆ ਵੀ ਜਿਹੜਾ ਉਹ ਝਰਨਾ, ਜਿਹੜੀ ਉਹ ਛਪੜੀ ਆ, ਟੋਆ ਗਾ, ਉਸ ਟਾਈਮ ਤੇ ਉਹਦੇ ਵਿੱਚ ਹੀਰੇ ਨੇ ਤੇ ਮੋਤੀ ਨੇ। ਤੇ ਗੁਰੂ ਨਾਨਕ ਸਾਹਿਬ ਨੂੰ ਜਦੋਂ ਉਧਰ ਭੇਜਿਆ ਗਾ, ਤੇ ਪਾਤਸ਼ਾਹ ਨੂੰ ਕਿਉਂ ਭੇਜਿਆ, ਮਤਲਬ ਭੇਜਣ ਦਾ ਕੀ ਸੀ? ਗੁਰੂ ਨਾਨਕ ਸਾਹਿਬ ਨੂੰ ਨੀਵਾਂ ਚਖਾਉਣਾ। ਹੁਣ ਤੱਕ ਦੀ ਗੋਸ਼ਟੀ ਵਿੱਚ, ਹੁਣ ਤੱਕ ਦੀ ਵਿਚਾਰ ਵਿੱਚ ਬਾਬਾ ਨਾਨਕ ਨੀਵਾਂ ਨਹੀਂ ਹੋਇਆ, ਉਲਟਾ ਉਹ ਹਰ ਵਾਰ ਤੇ ਗੁਰੂ ਨਾਨਕ ਸਾਹਿਬ ਨੂੰ ਬਾਲਾ ਕਹਿੰਦੇ ਨੇ, ਆਮ ਜਾਂ ਨਾਮ ਲੈ ਕੇ ਬੁਲਾਉਂਦੇ ਨੇ, ਪਰ ਬਾਬਾ ਨਾਨਕ ਹਰ ਵਾਰ ਤੇ ਉਹਨਾਂ ਨੂੰ ਨਾਥ ਜੀ ਕਹਿ ਕੇ ਬੁਲਾਉਂਦਾ। ਇਹ ਮਿੱਠ ਬੋਲੜਾ ਬਾਬੇ ਦਾ ਸੁਭਾਅ, ਮਿੱਠ ਬੋਲੜਾ ਹਰ ਜੀ ਹਉ ਸੱਜਣ ਸੁਆਮੀ ਮੋਰਾ। ਤੇ ਹੁਣ ਇੱਥੇ ਪਾਤਸ਼ਾਹ ਨੂੰ ਪਾਣੀ ਲੈਣ ਕਿਉਂ ਭੇਜਿਆ? ਪਾਣੀ ਆਪ ਵੀ ਲਿਆ ਸਕਦੇ ਸੀ। ਤੇ ਕੋਈ ਮਹਿਮਾਨ ਆਪਣੇ ਘਰ ਵਿੱਚ ਆਵੇ ਨਾ, ਤੇ ਆਪਾਂ ਨਹੀਂ ਕਹਿੰਦੇ ਵੀ ਆਪ ਆ ਭਾਈ ਵਰਤਣ ਤੇ ਆਪੇ ਪਾਣੀ ਚੱਕ ਕੇ ਪੀ ਲਾ, ਉਲਟਾ ਆਪਾਂ ਅਗਲੇ ਨੂੰ ਪਾਣੀ ਫੜਾਉਨੇ ਆ, ਸੇਵਾ ਕਰਦੇ ਆ ਵੀ ਤੂੰ ਬੈਠ, ਮੈਂ ਤੇਰੇ ਲਈ ਜਲ ਪਾਣੀ ਲੈ ਕੇ ਆਉਣਾ। ਤੇ ਗੁਰੂ ਨਾਨਕ ਸਾਹਿਬ ਨੂੰ ਪਾਣੀ ਲੈਣ ਭੇਜਤਾ। ਕਾਰਨ ਕੀ ਆ? ਗੁਰੂ ਨਾਨਕ ਸਾਹਿਬ ਨੇ ਪਹਿਲਾਂ ਸਾਰਾ ਦੱਸਤਾ, ਵਿਆਹਿਆ ਵਿਆਹ 2 ਬੱਚੇ ਨੇ, ਘਰ ਵਾਲਾ, ਸਾਰੀ ਗੱਲਬਾਤ ਦੱਸਤੀ ਨਾ। ਹੁਣ ਗ੍ਰਸਤੀ ਬੰਦੇ ਦੀ ਇੱਕ ਕਮਜ਼ੋਰੀ ਹੁੰਦੀ ਆ ਵੀ ਬੰਦਾ ਧਨ ਦੌਲਤ ਦੇਖ ਕੇ ਨਾ, ਧਨ ਦੌਲਤ ਤੇ ਡੋਲ ਜਾਂਦਾ, ਜਾਂ ਆਪਾਂ ਆਪਣੀ ਭਾਸ਼ਾ 'ਚ ਇਹ ਕਹਿ ਲੋ, ਬੰਦਾ ਵਿਕ ਜਾਂਦਾ। ਬੰਦਾ ਆਪਣੀ ਜ਼ਮੀਰ ਨੂੰ, ਆਪਣੇ ਤਨ ਨੂੰ ਵੇਚ ਦਿੰਦਾ। ਇਹ ਤਾਂ ਸਾਡਾ ਸਾਰਿਆਂ ਦਾ ਸੁਭਾਅ ਹੈ, ਮੇਰਾ ਵੀ ਸੁਭਾਅ ਤੇ ਤੁਹਾਡਾ ਵੀ ਸੁਭਾਅ। ਦੂਰ ਨੇੜੇ ਜਿੱਥੋਂ ਤੱਕ ਆਵਾਜ਼ ਜਾਂਦੀ, ਜਿੱਥੋਂ ਤੱਕ ਲੋਕ ਵੱਸਦੇ ਨੇ, ਜਿਹੜਾ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਮੰਨਣ ਵਾਲਾ ਵਿਅਕਤੀ ਆ, ਉਹ ਨਹੀਂ ਕਦੇ ਵਿਕਦਾ। ਤੇ ਨਹੀਂ ਤਕਰੀਬਨ ਤੇ ਤਕਰੀਬਨ ਹਰ ਕੋਈ ਵਿਕ ਜਾਂਦਾ। ਕੋਈ ਥੋੜਾ ਜਿਹਾ ਮਹਿੰਗਾ ਵਿਕ ਜਾਂਦਾ ਤੇ ਕੋਈ ਥੋੜਾ ਜਿਹਾ ਸਸਤਾ ਵਿਕ ਜਾਂਦਾ। ਇਉਂ ਕਹਿ ਲੋ, ਹੁਣ ਮੂਹਰੇ ਵੋਟਾਂ ਆਉਣੀਆਂ ਨੇ, ਕੋਈ ਸ਼ਰਾਬ ਦੇ ਪਿੱਗ ਕਰਕੇ ਵਿਕ ਜੂ, ਕੋਈ ਭੁੱਕੀ ਦੇ ਲਿਫਾਫੇ ਕਰਕੇ ਵਿਕ ਜੂ, ਕੋਈ 1000 ਚ ਵਿਕ ਜੂ, ਕੋਈ ਕਰੋੜ ਚ ਵਿਕ ਜੂ, ਵਿਕਣਗੇ ਸਾਵੀ। ਪਰ ਬਾਬੇ ਨਾਨਕ ਦਾ ਸਿੱਖ, ਸਿਧਾਂਤਕ ਸਿੱਖ ਨਾ, ਉਹ ਕਦੇ ਵਿਕਦਾ ਨਹੀਂ। ਘਾਹੀ ਸਿੱਖ ਦੀ ਕਹਾਣੀ ਤੁਸੀਂ ਬੜੇ ਵਾਰੀ ਸੁਣੀ ਆ ਤੇ ਜਾਣਦੇ ਵੀ ਹੋ। ਆਪਾਂ ਨੂੰ ਪਤਾ ਨਾ ਵੀ ਘਾਹੀ ਸਿੱਖ ਨੇ ਆਪਣੇ ਆਪ ਨੂੰ ਜਹਾਂਗੀਰ ਦੇ ਦਰਬਾਰ ਵਿੱਚ ਵੇਚਿਆ ਨਹੀਂ, ਤੇ ਜਹਾਂਗੀਰ ਨੇ ਕਿਹਾ ਸੀ ਪੰਡ ਇੱਥੇ ਰੱਖ ਜਾ, ਇਹਦੇ ਬਦਲੇ ਨੋਟਾਂ ਦੀ ਪੰਡ ਲੈ ਜਾ, ਮੂੰਹੋਂ ਮੰਗਿਆ ਨਾਮ ਲੈ ਜਾ। ਕਹਿੰਦਾ ਨਾ, ਇਹ ਤੇਰੇ ਵਾਸਤੇ ਨਹੀਂ, ਇਹ ਮੇਰੇ ਗੁਰੂ ਵਾਸਤੇ ਆ। ਘਾਹੀ ਸਿੱਖ ਨੇ ਜਹਾਂਗੀਰ ਨੂੰ ਕੱਖਾਂ ਤੋਂ ਹੌਲਾ ਕਰਤਾ ਸੀ। ਇਹ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਆ। ਕਿਤੇ ਮਰਦਾਨਾ ਨਹੀਂ ਵਿਕਿਆ। ਮਰਦਾਨਾ ਵੀ ਗ੍ਰਸਤੀ ਆ ਨਾ, 3 ਬੱਚੇ ਨੇ, ਬੇਟੀ ਆ, 2 ਬੇਟੇ ਨੇ, ਪਰਿਵਾਰ ਆ। ਬਾਬੇ ਨਾਨਕ ਨਾਲ ਰਹਿੰਦਾ ਹੋਇਆ ਕਿੰਨੇ ਧਨਾੜ ਵਿਅਕਤੀਆਂ ਨੂੰ ਮਿਲਿਆ, ਪਰ ਵਿਕਿਆ ਨਹੀਂ। ਚਲੋ, ਕਹਿਣ ਤੋਂ ਭਾਵ ਇਹਨਾਂ ਦੀ ਭਾਵਨਾ ਕੀ ਵੀ ਬਾਬੇ ਨਾਨਕ ਨੂੰ ਆਪਾਂ ਖਰੀਦ ਲਓ। ਤੇ ਖਰੀਦਣ ਤੋਂ ਪਹਿਲਾਂ ਕੀ ਦਿਖਾਇਆ ਜਾਂਦਾਗਾ? ਮਾਇਆ, ਸੋਨਾ ਚਾਂਦੀ, ਹੋਰ ਹੀਰੇ ਮੋਤੀ ਦਿਖਾਏ ਜਾਂਦੇ ਆ ਨਾ, ਵੀ ਤੂੰ ਦੱਸ ਤੈਨੂੰ ਇਹਨਾਂ ਦੇ ਵਿੱਚੋਂ ਕਿਹੜੀ ਚੀਜ਼ ਫਿੱਟ ਆ, ਚੱਕ ਲਾ ਤੇ ਸਾਡੇ ਵਾਲੇ ਪਾਸੇ ਆ ਜਾ। ਇੰਨੇ ਕੰਮ ਆ ਨਾ। ਤੇ ਵਾਹਿਗੁਰੂ ਭਲਾ ਕਰੇ, ਗੁਰੂ ਨਾਨਕ ਸਾਹਿਬ ਨੂੰ ਭੇਜਤਾ, ਕਹਿੰਦੇ ਜਾ ਪਾਣੀ ਭਰ ਕੇ ਲਿਆ। ਤੇ ਉੱਥੇ ਕੌਤਕ ਕੀ ਵਰਤਾਇਆ ਇਹਨਾਂ ਨੇ ਆਪਣੇ ਵੱਲੋਂ, ਜੋ ਭਾਈ ਗੁਰਦਾਸ ਨੇ ਲਿਖਿਆ ਵੀ ਇਹਨਾਂ ਨੇ ਹੀਰੇ ਮੋਤੀ ਉੱਥੇ ਖਿਲਾਰ ਤੇ, ਪਾਣੀ ਨਹੀਂ ਹੈ। ਜਦੋਂ ਗੁਰੂ ਨਾਨਕ ਸਾਹਿਬ ਚਲਾ ਗਿਆ ਤੇ ਗੁਰੂ ਨਾਨਕ ਪਾਤਸ਼ਾਹ ਨੇ ਆਸੇ-ਪਾਸੇ ਵੇਖੇ, ਪਾਣੀ ਤਾਂ ਕਿਤੇ ਵੀ ਨਹੀਂ ਹੈ, ਪਾਣੀ ਤਾਂ ਕਿਤੇ ਵੀ ਨਹੀਂ ਨਾ, ਤੇ ਇੱਥੇ ਹੈ ਕੀ? ਹੀਰੇ ਮੋਤੀ। ਪਰ ਗੁਰੂ ਨਾਨਕ ਸਾਹਿਬ ਕਹਿੰਦਾ ਆਪਣੀ ਇਹ ਲੋੜ ਨਹੀਂ ਹੈ। ਦੇਖੋ ਕਿੱਡਾ ਵੱਡਾ ਬਾਬੇ ਨਾਨਕ ਦਾ
ਜਿਗਰਾ ਗਾ। ਤੇ ਉਹਨਾਂ ਦੀ ਭਾਵਨਾ ਕੀ ਸੀ, ਨੇ ਤਾਂ ਜਿਹੜਾ ਭਾਂਡਾ ਦਿੱਤਾ ਉਹ ਭਰ ਕੇ ਲਿਆਊ ਹੀਰੇ ਮੋਤੀਆਂ ਦਾ, ਤੇ ਨਾਲੇ ਆਪਦੇ ਗੀਜੇ ਭਰ ਕੇ ਲਿਆਊਗਾ, ਲਮਕਦਾ ਤੁਰਿਆ ਆਊਗਾ ਵੀ ਜਿੰਨੇ ਚੱਕੇ ਜਾਂਦੇ ਆ ਉਹਨੇ ਚੱਕ ਲਾ। ਪਰ ਨਹੀਂ, ਬਾਬਾ ਨਾਨਕ ਉਹ ਬਰਤਨ ਲੈ ਕੇ ਨਾ ਵਾਪਸ ਮੁੜਿਆ ਆ। ਜਦੋਂ ਵਾਪਸ ਮੁੜਿਆ ਆਇਆ ਤੇ ਸਿੱਧ ਕਹਿੰਦੇ ਲਿਆਓ ਭਾਈ ਛਕਾਓ ਪਾਣੀ। ਬਾਬਾ ਨਾਨਕ ਕਹਿੰਦਾ ਵੀ ਪਾਣੀ ਮੈਂ ਲੈ ਕੇ ਨਹੀਂ ਆਇਆ। ਕਹਿੰਦੇ ਕਿਉਂ? ਕਹਿੰਦੇ ਪਾਣੀ ਉੱਥੇ ਹੈ ਹੀ ਨਹੀਂ ਸੀ, ਪਾਣੀ ਹੈ ਨਹੀਂ ਸੀ, ਇਸ ਕਰਕੇ ਮੈਂ ਪਾਣੀ ਲੈ ਕੇ ਨਹੀਂ ਆਇਆ। ਹੁਣ ਸਿੱਧਾ ਨੂੰ ਤਾਂ ਗੱਲ ਦਾ ਪਤਾ ਸੀ, ਨਹੀਂ ਪਾਣੀ ਤਾਂ ਅਸੀਂ ਕਿਹੜਾ ਪੀਣਾ, ਕਿਹੜਾ ਪਾਣੀ ਲੈਣ ਭੇਜਿਆਗਾ। ਅਸੀਂ ਤਾਂ ਵੇਖਣਾ ਹੀ ਆ ਵੀ ਸਾਡੇ ਨਾਲ ਰਲਦਾ ਕਿ ਨਹੀਂ ਰਲਦਾਗਾ, ਇਹ ਵਿਕਦਾ ਕਿ ਨਹੀਂ ਵਿਕਦਾਗਾ। ਚਲੋ, ਕਹਿਣ ਤੋਂ ਭਾਵ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਵੀ ਉੱਥੇ ਪਾਣੀ ਨਹੀਂ ਸੀ। ਹੁਣ ਸਿੱਧ ਆਪਸ ਵਿੱਚ ਗੱਲਾਂ ਕਰਦੇ ਨੇ, ਕਹਿੰਦੇ ਬੰਦਾ ਤਾਂ ਇਹ ਗ੍ਰਸਤੀ ਪਰਿਵਾਰ ਨਾਲ ਸੰਬੰਧਤ ਆ, ਪਰ ਕੀ ਪਤਾ ਇਹਨੂੰ ਹੀਰੇ ਮੋਤੀਆਂ ਦਾ ਨਾ ਹੀ ਪਤਾ ਹੋਵੇ। ਆਪਾਂ ਤਾਂ ਇਹਨੂੰ ਖਰੀਦਣ ਦੇ ਲਈ ਸਾਰਾ ਕੁਝ ਸੁੱਟਿਆ ਨਾ, ਉੱਥੇ ਖਿਲਾਰਿਆਗਾ, ਕੀ ਆ ਨਾ ਪਤਾ ਹੋਵੇ। ਤੇ ਸਿੱਧ ਕਹਿੰਦੇ ਫਿਰ ਉੱਥੇ ਹੈ ਕੀ ਸੀ? ਬਾਬਾ ਨਾਨਕ ਕਹਿੰਦਾ ਜੋ ਉੱਥੇ ਸੀ ਨਾ ਤਾਂ ਉਹ ਤੁਹਾਡੀ ਪਿਆਸ ਬੁਝਾ ਸਕੇ ਤੇ ਨਾ ਮੇਰੀ ਪਿਆਸ ਬੁਝਾ ਸਕੇ। ਜੋ ਸੀ, ਗੱਲ ਪਿਆਸ ਦੀ ਹੈ ਨਾ ਤੁਹਾਡੀ ਪਿਆਸ ਬੁਝਾਉਣੀ ਹੈ ਤੇ ਨਾ ਮੇਰੀ ਪਿਆਸ ਬੁਝਾਉਣੀ ਆ। ਸੀ ਕੀ? ਹੀਰੇ ਮੋਤੀ, ਪਰ ਉਹ ਤੁਹਾਡੇ ਕੰਮ ਨਹੀਂ। ਤੇ ਉਹ ਕਹਿੰਦੇ ਚੰਗਾ ਸਾਡੇ ਕੰਮ ਨਹੀਂ, ਪਰ ਤੇਰੇ ਕੰਮ ਤਾਂ ਸੀ ਭਲਿਆ। ਤੂੰ ਭਰ ਲਿਆਉਂਦਾ, ਆਪਣੇ ਗੀਜੇ ਭਰ ਲਿਆਉਂਦਾ, ਜੇਬਾਂ ਭਰ ਲਿਆਉਂਦਾ, ਆਪਣੇ ਬੁੱਕਾਂ ਦੇ ਵਿੱਚ ਲੈ ਕੇ ਆਉਂਦਾ, ਜੋ ਭਾਂਡਾ ਫੜਾਇਆ ਉਹ ਭਾਂਡੇ ਵਿੱਚ ਲੈ ਕੇ ਆਉਂਦਾ, ਤੂੰ ਲਿਆਉਂਦਾ। ਬਾਬਾ ਨਾਨਕ ਕਹਿੰਦਾ ਮੇਰੇ ਵੀ ਕੰਮ ਨਹੀਂ। ਦੇਖੋ ਕਿੱਡਾ ਵੱਡਾ ਬਾਬਾ ਨਾਨਕ, ਹਨਾ। ਚਲੋ ਵਾਹਿਗੁਰੂ ਭਲਾ ਕਰੇ, ਕਿੱਡਾ ਵੱਡਾ ਜਿਗਰਾ। ਚਲੋ ਸਿੱਧ ਹੁਣ ਸੋਚਦੇ ਨੇ ਵੀ ਗੁਰੂ ਨਾਨਕ ਸਾਹਿਬ ਨੂੰ ਨਾ ਅਸੀਂ ਜਿੱਤ ਨਹੀਂ ਸਕਦੇ, ਅਸੀਂ ਨਹੀਂ ਜਿੱਤ ਸਕਦੇ। ਉਹਨਾਂ ਨੇ ਹੱਥ ਖੜੇ ਕਰ ਲਏ। ਕਹਿੰਦੇ ਚੰਗਾ ਫਿਰ ਇਉਂ ਦੱਸ ਦੁਨੀਆ ਦੇ ਵਿੱਚ ਕੀ ਹੋ ਰਿਹਾ ਹੈਗਾ। ਫਿਰ ਪੁੱਛਣ ਸਿੱਧ ਨਾਨਕਾ, ਫਿਰ ਉਹ ਪੁੱਛਦੇ ਨੇ ਸਿੱਧ ਨਾਨਕ ਨੂੰ, ਫਿਰ ਦੁਨੀਆ ਦੇ ਵਿੱਚ ਕੀ ਹੋ ਰਿਹਾ, ਕੀ ਵਰਤਾਵਾ ਵਰਤ ਰਿਹਾ ਹੈਗਾ। ਮਾਤ ਲੋਕ ਵਿੱਚ ਕਿਆ ਵਰਤਾਰਾ, ਮਾਤ ਲੋਕ ਵਿੱਚ ਵਰਤਾਰਾ ਕੀ ਹੈ, ਕੀ ਹੋ ਰਿਹਾ ਹੈਗਾ। ਤੇ ਗੁਰੂ ਨਾਨਕ ਸਾਹਿਬ ਕੀ ਕਹਿੰਦੇ ਨੇ? ਪਾਤਸ਼ਾਹ ਜੀ ਕਹਿੰਦੇ ਬਾਬੇ ਆਖਿਆ ਨਾਥ ਜੀ, ਐ ਨਾਥ ਜੀ ਸੁਣੋ, ਕਲ ਤਾਰਨ ਨਾਨਕ ਅਵਤਾਰਾ। ਦੁਨੀਆ ਦੇ ਵਿੱਚ ਤਾਂ ਨਾ ਬਹੁਤ ਮੰਦੜੇ ਹਾਲ ਨੇਗੇ। ਰਾਜੇ ਸ਼ੀਂਹ ਮੁਕੱਦਮ ਕੁੱਤੇ ਨੇ, ਅੰਧੀ ਪਰਜਾ ਹੋਈ ਪਈ ਆ, ਗਿਆਨ ਵਿਹੂਣੀ, ਗਿਆਨ ਤੋਂ ਹੀਣੀ। ਲੋਕ ਦੁਖੀ ਨੇ, ਲੋਕਾਂ ਨੂੰ ਤੁਹਾਡੇ ਵਰਗਿਆਂ ਦੀ ਲੋੜ ਆ। ਤੁਸੀਂ ਜਾ ਕੇ ਲੋਕਾਂ ਦਾ ਸਹਾਰਾ ਬਣੋ। ਜਾਣੀ ਕਿ ਗੁਰੂ ਨਾਨਕ ਸਾਹਿਬ ਨੇ ਕੀ ਕਿਹਾ? ਕੂੜ ਅਮਾਵਸ ਵਰਤਿਆ। ਤੇ ਦੁਨੀਆ ਦੇ ਵਿੱਚ ਨਾ ਕੂੜ ਦਾ ਹਨੇਰਾ ਹੋ ਚੁੱਕਿਆਗਾ, ਤੇ ਉਹ ਹਨੇਰੇ ਦੇ ਵਿੱਚ ਚੰਦਰਮੇ ਦੀ ਲੋੜ ਆ। ਤੇ ਚੰਦਰਮਾ ਤੁਸੀਂ ਬਣ ਕੇ ਜਾਣਾਗਾ, ਤੇ ਤੁਸੀਂ ਉਤਰੋ ਥੱਲੇ, ਆ ਘੋਰਨਿਆਂ ਚੋਂ ਨਿਕਲੋ ਤੇ ਜਾ ਕੇ ਲੋਕਾਂ ਦਾ ਭਲਾ ਕਰੋ। ਗੁਰੂ ਨਾਨਕ ਸਾਹਿਬ ਆ ਕਹਿ ਰਹੇ ਨੇ, ਕੂੜ ਅਮਾਵਸ ਵਰਤਿਆ ਹੋਂ ਭਾਲਣ ਚੜਿਆ ਸੰਸਾਰਾ। ਤੇ ਮੈਂ ਤੁਹਾਡੇ ਵਰਗੇ ਨਾ ਚੰਦਰਮਿਆਂ ਨੂੰ ਭਾਲਣ ਚੱਲਿਆ ਵਿਆਂਗਾ, ਵੀ ਚੰਦਰਮੇ ਆਉਣ ਤੇ ਜੱਗ ਦੇ ਵਿੱਚ ਜਾ ਕੇ ਜਗਤ ਦਾ ਭਲਾ ਕਰਨ, ਦੁਨੀਆ ਦਾ ਜਾ ਕੇ ਭਲਾ ਕਰਨ। ਸਿੱਧ ਛਪ ਬੈਠੇ ਪਰਬਤੀ। ਹੁਣ ਗੁਰੂ ਨਾਨਕ ਸਾਹਿਬ ਖਰੀਆਂ ਖਰੀਆਂ ਸੁਣਾ ਰਹੇ ਨੇ, ਤੁਸੀਂ ਛੁਪੇ ਬੈਠੇ ਹੋ ਪਰਬਤਾਂ ਦੇ ਵਿੱਚ। ਤੁਸੀਂ ਤਾਂ ਪਰਬਤਾਂ ਦੇ ਵਿੱਚ ਛੁਪੇ ਬੈਠੇ ਹੋ ਨਾ, ਕਿ ਇਸ ਪਰਬਤਾਂ ਦੇ ਵਿੱਚ ਰਹਿ ਕੇ ਆ ਪਹਾੜਾਂ ਨੂੰ ਤੁਹਾਡੇ ਗਿਆਨ ਦੀ ਲੋੜ ਆ? ਸਿੱਧ ਕਹਿੰਦੇ ਨਾ। ਇਹਨਾਂ ਰੁੱਖਾਂ ਨੂੰ ਤੁਹਾਡੇ ਗਿਆਨ ਦੀ ਲੋੜ ਆ? ਕਹਿੰਦੇ ਨਾ। ਅੱਛਾ, ਜੇ ਇਹਨਾਂ ਰੁੱਖਾਂ ਨੂੰ ਲੋੜ ਨਹੀਂ, ਇੱਥੇ ਰਹਿਣ ਵਾਲੇ ਜੀਵਾਂ ਨੂੰ ਤੁਹਾਡੇ ਗਿਆਨ ਦੀ ਲੋੜ ਨਹੀਂ, ਤੁਹਾਡੀਆਂ ਕਰਾਮਾਤਾਂ ਦੀ ਲੋੜ ਨਹੀਂ, ਤੇ ਫਿਰ ਭਰਾਵੋ ਬੇਨਤੀ ਆ ਹੱਥ ਬੰਨ੍ਹ ਕੇ, ਬਾਬਾ ਨਾਨਕ ਕਹਿੰਦਾ ਦੁਨੀਆ ਵਿੱਚ ਜਾ ਕੇ ਵਿਚਰੋ, ਦੁਨੀਆ ਵਿੱਚ ਜਾ ਕੇ ਭਲਾ ਕਰੋ ਦੁਨੀਆ ਦਾ। ਤੁਸੀਂ ਤਾਂ ਆਪੋ ਆਪਣੀ ਡੁਗਡੁਗੀ ਵਜਾ ਰਹੇ ਹੋ। ਦੁਨੀਆ ਦੇ ਵਿੱਚ ਕਲ ਕਾਤੀ ਰਾਜੇ ਕਸਾਈ, ਦੁਨੀਆ ਦੇ ਵਿੱਚ ਤਾਂ ਇੰਨਾ ਕੁ ਭਿਆਨਕ ਸਮਾਂ ਰਾਜੇ ਕਸਾਈ ਬਣ ਚੁੱਕੇ ਨੇ। ਤੇ ਜਾਓ ਜਾ ਕੇ ਭਲਾ ਕਰੋ। ਜਦੋਂ ਗੁਰੂ ਨਾਨਕ ਸਾਹਿਬ ਇਦਾਂ ਦੀਆਂ ਗੱਲਾਂ ਸੁਣਾ ਰਹੇ ਆ ਨਾ, ਜੋਗੀ ਗਿਆਨ ਵਿਹੂਣਿਆ, ਫਿਰ ਤੁਹਾਡੇ ਕੋਲੇ ਗਿਆਨ ਤਾਂ ਬਹੁਤ ਆ, ਪਰ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਇਹ ਕਹਿ ਸਕਦਾ ਵੀ ਤੁਸੀਂ ਸਾਰੀ ਗਿਆਨ ਤੋਂ ਹੀਣੇ ਹੋ, ਜਦੋਂ ਤੁਸੀਂ ਆਪਣੀ ਜ਼ਿੰਦਗੀ 'ਚ ਗਿਆਨ ਨੂੰ ਵਰਤਿਆ ਨਹੀਂ ਹੈ। ਜਦੋਂ ਆਪਣੇ ਗਿਆਨ ਨੂੰ ਜ਼ਿੰਦਗੀ 'ਚ ਨਾ ਵਰਤਿਆ ਤੇ ਨਾ ਤੁਸੀਂ ਕਿਸੇ ਨੂੰ ਵੰਡਿਆਗਾ, ਇਹਦਾ ਕੋਈ ਫਾਇਦਾ ਨਹੀਂ ਹੈ। ਚਲੋ ਤੇ ਦੁਨੀਆ ਦੇ ਵਿੱਚ ਜਾ ਕੇ ਆਪਾਂ ਭਲਾ ਕਰੀਏ।
चलो कहण तो भाव सतगुरु गुरु नानक साहब जी ने खरियां खरियां सुनाइयां। बाज गुरु डुब्बा संसारा, संसार गुरु तो बिना जानी कि ज्ञान तो बिना डुब रहा गा, उहनूं आपां तारन दा यतन करिए। चेता रखियो गुरु नानक पातशाह दे इदां दे खरे खरे उपदेश ने सिद्धां दा मन जित लिया। सिद्धां दा की जित्यागा? मन जित्या। ठीक आ, कोई एक दो रह गए होणगे ਜਿਹੜੇ ਆਪਦੀ ਆਕੜ ਚ ਨੇ, ਉਹ ਕੁਦਰਤੀ ਗੱਲ ਆ, ਹਰੇਕ ਥਾਂ ਤੇ ਹੁੰਦਾ। ਕੁਦਰਤੀ ਨਿਯਮ ਆ ਨਾ, ਇੱਕ ਰੱਬ ਦਾ ਨਿਯਮ ਆ, ਉਦਾਂ ਦਾ ਸੁਭਾਅ ਹਰੇਕ ਥਾਂ ਹਰੇਕ ਮੰਡਲੀ ਦੇ ਵਿੱਚ ਹੁੰਦਾ। ਆਪਣੇ ਵਿੱਚ ਵੀ ਉਹ ਜਿਹੜੇ ਗੁਰੂ ਨਾਨਕ ਸਾਹਿਬ ਦੇ ਬਹੁਤੇ ਤਾਂ ਉਹ ਪਿਆਰ ਵਾਲੇ ਨੇ ਜਿਹੜੇ ਗੱਲ ਨੂੰ ਮੰਨਦੇ ਨੇ, ਤੇ ਬਹੁਤੇ ਉਹ ਨੇ ਜਿਹੜੇ ਗੁਰੂ ਨਾਨਕ ਸਾਹਿਬ ਦੀ ਗੱਲ ਨੂੰ ਨਹੀਂ ਮੰਨਦੇ, ਆਪਣੀ ਗੱਲ ਨੂੰ ਮੰਨਦੇ ਨੇ। ਆਪਣੀ ਗੱਲ ਨੂੰ ਮੰਨਦੇ ਨਾ, ਫਿਰ ਪਾਤਸ਼ਾਹ ਜੀ ਨੇ ਜਦੋਂ ਇਦਾਂ ਦਾ ਉਪਦੇਸ਼ ਦਿੱਤਾ, ਸਿੱਧ ਜਿੱਤੀ, ਸਿੱਧਾਂ ਨੂੰ ਪਾਤਸ਼ਾਹ ਜੀ ਕਹਿੰਦੇ ਜਿੱਤ ਲਿਆ। ਮੰਡਲੀ ਉਹਨਾਂ ਦੀ ਪੂਰੀ ਮੰਡਲੀ ਨੂੰ ਜਿੱਤ ਲਿਆ। ਗੁਰੂ ਨਾਨਕ ਸਾਹਿਬ ਦੀ ਹੁਣ ਸੋਭਾ ਕਰਦੇ ਨੇ। ਹੁਣ ਸਿੱਧ ਮੰਨ ਗਏ, ਕਹਿੰਦੇ ਸਾਨੂੰ ਇਸ ਗੱਲ ਦਾ ਹੰਕਾਰ ਸੀ, ਅਸੀਂ ਵੱਡੀ ਉਮਰ ਦੇ ਆ, ਸਾਨੂੰ ਇਸ ਗੱਲ ਦਾ ਹੰਕਾਰ ਸੀ, ਜਿੱਥੇ ਅਸੀਂ ਪਹੁੰਚ ਗਏ ਇਥੋਂ ਤੱਕ ਗ੍ਰਸਤੀ ਪਰਿਵਾਰ ਦਾ ਕੋਈ ਵਿਅਕਤੀ ਪਹੁੰਚ ਨਹੀਂ ਸਕਦਾ। ਸਾਨੂੰ ਹੰਕਾਰ ਸੀ, ਸਾਡੇ ਸਵਾਲਾਂ ਦਾ ਕੋਈ ਜਵਾਬ ਨਹੀਂ ਦੇ ਸਕਦਾ। ਸਾਨੂੰ ਹੰਕਾਰ ਸੀ, ਸਾਡੇ ਵਰਗਾ ਕੋਈ ਹੋਰ ਨਹੀਂ ਹੋ ਸਕਦਾ। ਪਰ ਅੱਜ ਸਾਨੂੰ ਪਤਾ ਲੱਗ ਗਿਆ ਵੀ ਸਾਨੂੰ ਜਿੱਤਣ ਵਾਲਾ ਵੀ ਕੋਈ ਹੈਗਾ। ਨਹੀਂ, ਸਾਨੂੰ ਤਾਂ ਇਹੀ ਭੁਲੇਖਾ ਸੀ ਵੀ ਗ੍ਰਸਤੀ ਪਰਿਵਾਰ 'ਚ ਰਹਿੰਦਾ ਹੋਇਆ ਵਿਅਕਤੀ ਤਾਂ ਸਾਡੇ ਨੇੜੇ ਵੀ ਨਹੀਂ ਆ ਸਕਦਾ, ਸਾਡਾ ਮੁਕਾਬਲਾ ਤਾਂ ਉਹ ਕੀ ਕਰਨਾਗਾ। ਤੇ ਪਾਤਸ਼ਾਹ ਦਾ ਉਪਦੇਸ਼ ਸੁਣ ਕੇ ਇਹਨਾਂ ਸਿੱਧਾਂ ਨੇ ਆਪਣੇ ਆਪ ਨੂੰ ਲਾਹਣਤਾਂ ਪਾਈਆਂ, ਤੇ ਇਉਂ ਕਹਿ ਲੋ ਤੇ ਗੁਰੂ ਨਾਨਕ ਸਾਹਿਬ ਦਾ ਸਾਥ ਨਿਭਾਉਣ ਦਾ ਪ੍ਰਣ ਵੀ ਕੀਤਾ। ਉਹ ਅਲੱਗ ਗੱਲ ਆ ਵੀ ਜਿਹੜਾ ਨਹੀਂ ਮੰਨਿਆ, ਮੈਂ ਨਾ ਮੰਨੂ, ਉਹ ਸਾਰੇ ਥਾਵਾਂ ਦੇ ਵਿੱਚ ਹੁੰਦੇ ਨੇ, ਉਹ ਤੁਹਾਨੂੰ ਪਤਾ, ਗੁਰੂ ਪਾਤਸ਼ਾਹ ਜੀ ਤੁਹਾਡੇ ਤੇ ਬਖਸ਼ਿਸ਼ ਆ। ਹੁਣ ਇਸ ਤੋਂ ਅੱਗੇ ਧੰਨ ਗੁਰੂ ਨਾਨਕ ਦੇ ਮਹਾਰਾਜ ਵਾਪਸ ਮੁੜਦੇ ਆ, ਜਾਣੀ ਕਿ ਵਾਪਸ ਪ੍ਰਚਾਰਕ ਦੌਰੇ ਤੋਂ ਘਰ ਵੱਲ ਪਰਤਦੇ ਨੇ। ਤੇ ਹੁਣ ਵਾਪਸ ਜਦੋਂ ਗੁਰੂ ਸਾਹਿਬ ਜੀ ਕੈਲਾਸ਼ ਪਰਬਤ ਤੋਂ ਮੁੜਦੇ ਆ, ਤੇ ਪਹਿਲਾ ਪੜਾਅ ਵਾਪਸੀ ਦਾ ਕਿੱਥੇ ਤੇ ਕਿਹਦੇ ਕੋਲੇ ਆ, ਉਹ ਆਪਾਂ ਆਉਣ ਵਾਲੇ ਕੱਲ ਨੂੰ ਸੁਣਾਂਗੇ। ਗੁਰੂ ਪਾਤਸ਼ਾਹ ਭਲਾ ਕਰਨ। ਇੱਥੇ ਆਪਾਂ ਗੱਲ ਨੂੰ ਰੋਕਦੇ ਹਾਂ। ਮਾਲਕ ਅੱਗੇ ਅੱਗੇ ਕਿਵੇਂ ਆਉਂਦਾ ਤੇ ਕਿਵੇਂ ਕਿਵੇਂ ਵਿਚਾਰਾਂ ਕਰਦੇ ਨੇ, ਇਹ ਗੁਰੂ ਪਾਤਸ਼ਾਹ ਦਾ ਆਉਣ ਵਾਲਾ ਇਤਿਹਾਸ ਦੱਸੇਗਾ। ਸਾਰਿਆਂ ਦਾ ਧੰਨਵਾਦ, ਭੁੱਲਾਂ ਦੀ ਖਿਮਾ। ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਤੁਹਾਨੂੰ ਸਾਨੂੰ ਆਪਣੀ ਮੱਤ ਦੇ ਕੇ ਸੋਹਣਾ ਜੀਵਨ ਜਿਉਣ ਦਾ ਬਲ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।